जो धन गुरु ग्रंथ साहिब पातशाह जी की पावन बाणी दियाँ लड़ीवार विचारां रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो वो चल रही लड़ीवार गुरबाणी विचारां दे नाल सांझ पाइए। विचारां दी आरंभता तो पहलां सतगुरु धन गुरु ग्रंथ साहिब जी किरपा करन, अपना रहमत भरिया मेहर भरिया हथ सिर ते रखण। सतगुरु जी आप रसनौते वरत के अपनी पावन बाणी अपने पावन शब्द दी विचार आप करवा लैण और आप सरबत संगत बख्शो असीस। कोई रस्मा वांझी ना रहे। दोवे हथ जोड़ अपनियां मन और बिरतियां नूं एकाग्र करदियां होया लवाओ गुरु चरनां विच हाज़री। अदब सहित सरबत संगत मिल करके उचारण करो जी सतनाम श्री वाहिगुरु साहिब जी। एक बार फिर करो रसनावां पवित्र और मिलके आखो जी सतनाम श्री वाहिगुरु साहिब जी। वाहिगुरु साहिब जी। श्लोक महला पहला। फक्कड़ जाति फक्कड़ नाओ, सबना जिया एका शाओ। आपह जे को भला कहाए, नानक तां पर जापै जां पत लेखै पाए। जिस पावन शब्द दा पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन गुरु नानक साहिब जी धन गुरु अंगद देव पातशाह जी और गुरु रामदास साहिब जी के मुखारबिंद तो उच्चारण किए हुए सरी राग दे अंदर गुरु ग्रंथ साहिब पातशाह जी दे पावन अंग 83 दे उपर श्लोक और पौड़ी दे रूप विच सरी राग की वार महला चौथा दे सरलेख हेठ सुभायमान है। अज इन्हां पावन बचनां दे राहीं गुरु नानक साहिब जी ने सब तो पहला जो पावन बचन श्लोक रूप विच उचारे उहदे विच सतगुरु जी ने समाज दे अंदर जो जात पात दा कोहड़ फैलिया होया है उहदे प्रति गुरु साहिब जी ने सानू उपदेश ज्ञान बख्शिश कीता। और उहदे विच सतगुरु जी ने संसारक तौर ते चल रही जातां पातां तो उपर उठ के ये दर्शाया, ये समझाया कि जीव अपनी इज्जत
ਆਪ ਕਮਾਉਂਦਾ ਹੈ। ਆਪ ਉਹ ਅਦਬ ਸਤਿਕਾਰ ਵਾਲਾ ਬਣਦਾ ਹੈ। ਚੰਗਾ ਉਹ ਤਾਂ ਹੀ ਬਣਦਾ ਹੈ ਜੇ ਉਹ ਭਲਾ ਕਰਮ ਕਮਾਉਂਦਾ ਹੈ, ਭਲੇ ਕਰਮ ਕਮਾਉਂਦਾ ਹੈ। ਜ਼ਾਤੀ ਦੇ ਆਧਾਰ ਉੱਤੇ ਕਦੇ ਕੋਈ ਚੰਗਾ ਨਹੀਂ। ਹੋ ਸਕਦਾ ਹੈ ਜ਼ਾਤ ਬਹੁਤ ਚੰਗੀ ਹੋਵੇ ਪਰ ਕਰਮ ਬਹੁਤ ਹੀ ਜ਼ਿਆਦਾ ਭੱਦੇ ਔਰ ਗੰਦੇ ਹੋ ਜਾਣ ਤੇ ਅਸੀਂ ਉਹਨੂੰ ਜ਼ਾਤੀ ਦੇ ਆਧਾਰ ਉੱਤੇ ਅਦਬ ਤੇ ਸਤਿਕਾਰ ਨਹੀਂ ਦਿੰਦੇ ਰਵਾਂਗੇ ਵੀ ਤੇਰੀ ਤੇ ਜ਼ਾਤ ਬੜੀ ਚੰਗੀ ਇਸ ਕਰਕੇ ਅਸੀਂ ਤੇਰਾ ਅਦਬ ਕਰਦੇ। ਇਸੇ ਲਈ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਫੱਕੜ ਜ਼ਾਤੀ। ਫੱਕੜ ਮਤਲਬ ਫਜ਼ੂਲ। ਫੱਕੜ ਨਾਉ ਕਹਿੰਦੇ ਜ਼ਾਤ ਵੀ ਫਜ਼ੂਲ ਹੈ ਤੇ ਜ਼ਾਤ ਦੇ ਆਧਾਰ ਉੱਤੇ ਕੀਤਾ ਹੋਇਆ ਅਭਿਮਾਨ, ਜ਼ਾਤ ਦੇ ਆਧਾਰ ਉੱਤੇ ਕੀਤੀ ਹੋਈ ਵਡਿਆਈ, ਹਾਸਲ ਕੀਤਾ ਹੋਇਆ ਮਾਣ, ਇਹ ਵੀ ਫਜ਼ੂਲ ਹੈ। ਕਿਉਂਕਿ ਸਭਨਾ ਜੀਆਂ ਇੱਕਾ ਛਾਉ, ਜਿਹੜੀ ਆਸਰਾ, ਜਿਹੜਾ ਆਧਾਰ ਹੈ ਉਹ ਸਾਰੇ ਜੀਵਾਂ ਲਈ ਇੱਕੋ ਹੀ ਹੈ, ਕਿਸੇ ਲਈ ਵੱਖਰਾ ਨਹੀਂ ਹੈ। ਇਹ ਨਹੀਂ ਵੀ ਜੇ ਕੋਈ ਇਹ ਆਖੇ ਵੀ ਮੈਂ ਤੇ ਭਲੀ ਜਾਤ ਨਾਲ, ਉੱਚੀ ਜਾਤ ਨਾਲ ਸੰਬੰਧ ਰੱਖਦਾ ਤੇ ਉਹਦੇ ਲਈ ਆਸਰਾ ਬਦਲ ਜਾਂਦਾ ਹੈ, ਨਹੀਂ, ਉਹਦੇ ਲਈ ਵੀ ਆਸਰਾ ਉਹੀ ਹੈ। ਤੇ ਜਿਸ ਨੂੰ ਇਹ ਕਿਹਾ ਜਾਂਦਾ ਹੈ ਵੀ ਤੇਰੀ ਜ਼ਾਤ ਚੰਗੀ ਨਹੀਂ ਹੈ, ਤੇਰੀ ਜ਼ਾਤ ਨੀਵੀਂ ਹੈ, ਮਾੜੀ ਹੈ, ਇਹ ਵੀ ਨਹੀਂ ਵੀ ਉਹਦੇ ਲਈ ਛਾਂ ਬਦਲ ਜਾਂਦੀ ਹੈ, ਛਾਂ ਆਸਰਾ ਉਹਦੇ ਲਈ ਵੀ ਉਹੀ ਹੈ। ਔਰ ਖਿਆਲ ਰੱਖੀਏ ਇਹ ਜੰਨੀ ਵਰਨ ਵੰਡ ਹੈ, ਜੰਨੀ ਵੀ ਹੈ, ਚਾਹੇ ਜ਼ਾਤਾਂ ਦੇ ਆਧਾਰ ਤੇ ਕਹਿ ਲਈਏ ਜਾਂ ਜੋ ਵੀ ਸਮਾਜ ਵਿੱਚ ਵਿਤਕਰਾ ਪਾਇਆ ਗਿਆ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇਤਿਹਾਸ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਜਿਹੜੀ ਜ਼ਾਤ ਔਰ ਪਾਤ ਦੀ ਵੰਡੀ ਹੈ ਇਹ ਮਨੁ ਸਿਮਰਤੀ ਦੇ ਆਧਾਰ ਤੇ ਪਾਈ ਗਈ ਹੈ। ਜਿਸ ਕਰਕੇ ਸਮਾਜ ਦੇ ਅੰਦਰ, ਕਿਉਂਕਿ ਜਾਤਾਂ ਜਿਹੜੀਆਂ ਨੇ ਉਹਦੇ ਅੱਗੋਂ ਕਈ ਹਿੱਸੇ ਵੀ ਬਣਾਤੇ ਨਾ, ਪਰ ਪ੍ਰਮੁੱਖ ਤੌਰ ਉੱਤੇ ਜਦੋਂ ਵਰਨ ਵੰਡ ਕੀਤੀ ਗਈ ਉਦੋਂ 4 ਹਿੱਸਿਆਂ 'ਚ ਬ੍ਰਾਹਮਣ, ਖੱਤਰੀ, ਵੈਸ਼ ਔਰ ਸੂਦ, ਇਹ 4 ਹਿੱਸਿਆਂ 'ਚ ਰੱਖਿਆ ਗਿਆ। ਅੱਗੇ ਇਹਦੇ ਵਿੱਚ ਕਿਹੜੇ ਕਿਹੜੇ ਆ ਗਏ, ਮਤਲਬ ਉੱਚ ਜਾਤੀਆਂ ਵਾਲੇ ਜਿੰਨੇ ਸਨ ਉਹ ਬ੍ਰਾਹਮਣ, ਖੱਤਰੀ ਉਹਦੇ ਵਿੱਚ ਉਦੋਂ ਨੀਵੀਆਂ ਜਾਤਾਂ ਵਾਲੇ, ਫਿਰ ਵੈਸ਼ ਉਦੋਂ ਨੀਵੀਆਂ ਜਾਤਾਂ ਵਾਲੇ, ਤੇ ਜਦੋਂ ਸ਼ੂਦਰ ਉਹ ਸਾਰਿਆਂ ਤੋਂ ਮਾੜੀਆਂ ਜਾਤਾਂ ਵਾਲੇ, ਉਹ ਸਾਰੇ ਦੇ ਸਾਰੇ ਇਸ ਆਧਾਰ ਦੇ ਉੱਤੇ ਇਹ ਸਾਰਾ ਸਿਲਸਿਲਾ ਚੱਲਿਆ। ਤੇ ਜਦੋਂ ਆਪਾਂ ਧੰਨ ਗੁਰੂ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਅੰਦਰ ਗੁਰੂ ਬਾਬਾ ਜੀ ਉਪਦੇਸ਼ ਦਿੰਦੇ ਆ, ਸਭ ਤੋਂ ਪਹਿਲਾਂ ਆਖਦੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਸੱਜਣਾ ਤੇਰੀ ਕੁੱਲ ਤੇ ਤੇਰੀ ਜ਼ਾਤ ਤੇਰੇ ਕੰਮਾਂ ਨੇ ਤੈਅ ਕਰਨੀ ਹੈ, ਤੇਰੇ ਕਾਰਜਾਂ ਨੇ ਤੈਅ ਕਰਨੀ ਹੈ ਵੀ ਤੂੰ ਚੰਗਾ ਹੈ ਕਿ ਮਾੜਾ ਹੈ, ਤੇਰੇ ਕੰਮ ਸਾਬਤ ਕਰਨਗੇ। ਜਿਹਨੂੰ ਆਪਾਂ ਇਉਂ ਕਹਿ ਲਈਏ ਕਿ ਉੱਚ ਜਾਤੀ ਵਿੱਚ ਪੈਦਾ ਹੋਣ ਵਾਲਾ, ਜੋ ਸਮਾਜਿਕ ਤੌਰ ਤੇ ਉੱਚ ਜਾਤੀ ਮੰਨੀ ਜਾਂਦੀ ਹੈ, ਉਸ ਜਾਤੀ ਵਿੱਚ ਪੈਦਾ ਹੋਣ ਵਾਲਾ ਕਰਮ ਸਭ ਤੋਂ ਨੀਵੀਂ ਜਾਤੀ ਤੋਂ ਵੀ ਭੈੜੇ ਕਰਦਾ ਹੋਵੇ ਤੇ ਉਹਨੂੰ ਕੌਣ ਚੰਗਾ ਕਹੇਗਾ? ਉਹਨੂੰ ਕੌਣ ਆਖੇਗਾ ਵੀ ਤੂੰ ਬੜਾ ਭਲਾ ਹੈ ਭਾਈ, ਤੂੰ ਤੇ ਬੜੀ ਬਾਕੀ ਸੱਚਮੁੱਚ ਉੱਚੀ ਜਾਤ ਦਾ ਮਾਲਕ ਹੈ? ਉਹ ਤੇ ਇਹੀ ਕਹਿਣਗੇ ਵੀ ਏਦੂ ਤੇ ਤੂੰ ਨਾ ਹੀ ਹੁੰਦਾ। ਤੇ ਜੇ ਬਿਲਕੁਲ ਨੀਵੀਂ ਜਾਤੀ ਵਾਲਾ
ਕਰਮ ਬੜੇ ਖਿਆਲਾਤ ਚੰਗੇ ਸੋਹਣੇ ਖਿਆਲਾਤਾਂ ਵਾਲੇ, ਕੰਮ ਬੜੇ ਸੋਹਣੇ ਕਰਦਾ ਹੋਵੇ, ਸਮਾਜ ਨੂੰ ਸਵਾਰਨ ਵਾਲੇ, ਸਮਾਜ ਨੂੰ ਸ਼ਿੰਗਾਰਨ ਵਾਲੇ ਕਰਮ ਕਰਦਾ ਹੋਵੇ, ਤੇ ਕੀ ਆਖਿਆ ਵੀ ਤੂੰ ਤੇ ਵਾਕਈ ਭਲਾ ਹੈ। ਹੁਣ ਤੈਅ ਕਿਹਨੇ ਕੀਤਾ? ਜ਼ਾਤ ਦੀ ਜਿਹੜਾ ਪਾਤ, ਜਾਤ ਔਰ ਪਾਤ ਤੈਅ ਕਿਹਨੇ ਕੀਤੀ ਹੈ? ਕਰਮ ਨੇ। ਉਸ ਆਧਾਰ ਤੇ ਜੇ ਵੇਖਾਂਗੇ ਫਿਰ ਤੇ ਭਾਵੇਂ ਜਿੰਨਾ ਮਰਜ਼ੀ, ਜਿਵੇਂ ਹੁਣ ਆਪਾਂ ਕਹਿ ਲਈਏ, ਕਿਉਂਕਿ ਜਿਵੇਂ ਇਹ ਵਰਨ ਵੰਡ ਪਾਈ ਗਈ ਨਾ, ਉਵੇਂ ਕਰਮ ਵੀ ਵੰਡੇ ਗਏ, ਕੰਮ ਵੀ ਵੰਡੇ ਗਏ। ਔਰ ਉਹ ਕਰਮ ਵੰਡਦਿਆਂ ਹੋਇਆਂ 6 ਕਰਮ ਸਭ ਤੋਂ ਉੱਚ ਜਾਤੀ ਵਾਲੇ ਨੂੰ ਦੇਤੇ। ਵਿਦਿਆ ਪੜ੍ਹਨੀ ਤੇ ਪੜਾਉਣੀ, ਸਭ ਤੋਂ ਵੱਡਾ ਜਿਹੜਾ ਸਿਲਸਿਲਾ ਸੀ ਨਾ ਉਹ ਇਹੀ ਸੀ, ਵਿਦਿਆ ਪੜ੍ਹਨ ਔਰ ਪੜਾਉਣ ਦਾ। ਇਹ ਉਹ ਛਾਤਰ ਬੰਦੇ ਨੇ ਇੰਨਾ ਛਾਤਰਤਾ, ਇੰਨੇ ਤੇਜ਼ ਦਿਮਾਗ ਨਾਲ ਨਾ ਇਹ ਪੱਖ ਹੀ ਆਪਣੀ ਝੋਲੀ 'ਚ ਰੱਖ ਲਿਆ ਵੀ ਨਾ ਕੋਈ ਪੜ੍ਹੇ ਤੇ ਨਾ ਮੈਨੂੰ ਕੋਈ ਸਵਾਲ ਕਰੇ। ਹੁਣ ਸਵਾਲ ਤੇ ਉਹੀ ਕਰੇਗਾ ਜਿਹਦੇ ਕੋਲ 4 ਅੱਖਰ ਹੋਣਗੇ, ਤੇ ਜਿਹਨੂੰ 4 ਅੱਖਰ ਆਉਂਦੇ ਹੀ ਨਹੀਂ, 4 ਛੱਡ ਕੇ ਜਿਹਨੂੰ 1 ਅੱਖਰ ਦਾ ਨਹੀਂ ਪਤਾ, ਉਹ ਸਵਾਲ ਕੀ ਕਰੇਗਾ? ਹੁਣ ਜਿਹਨੂੰ ਹੋਰ ਸੌਖੇ ਲਫ਼ਜ਼, ਜਿੰਨੇ ਊੜਾ ਅੱਖਰ ਪੜ੍ਹੇ ਹੈ ਉਹੀ ਤੇ ਦੱਸੇਗਾ ਨਾ ਵੀ ਤੂੰ ਊੜਾ ਸਹੀ ਲਿਖਿਆ ਕਿ ਨਹੀਂ ਲਿਖਿਆ। ਤੇ ਜਿੰਨੇ ਊੜਾ ਪੜ੍ਹੇ ਹੀ ਨਹੀਂ, ਉਹਦੇ ਭਾਵੇਂ ਪੁੱਠੇ ਪਾਸੇ ਨੂੰ ਮੂੰਹ ਕਰਕੇ ਤੇ ਫੇਰ ਬਣਾ ਦੇ, ਉਹਨੇ ਤੇ ਇਹੀ ਕਹੀ ਵੀ ਇਹ ਊੜਾ ਹੀ ਹੈ, ਉਹਨੂੰ ਪਤਾ ਹੀ ਨਹੀਂ ਊੜਾ ਕਿਹੋ ਜਿਹਾ ਹੁੰਦਾ। ਜਾਂ ਜਿੰਨੇ ਇਹ ਨੂੰ ਵੇਖਿਆ ਹੀ ਨਹੀਂ ਵੀ ਇਹ ਇਸੇ ਤਰ੍ਹਾਂ ਦੀ ਹੁੰਦੀ, ਵੀ ਹੇਠਾਂ ਨੂੰ ਉਹਦਾ ਮੂੰਹ ਖੁੱਲਦਾ ਹੈ ਤੇ ਵਿਚਕਾਰ ਇੱਕ ਡੰਡੀ ਆਉਂਦੀ ਹੈ, ਉਹਨੂੰ ਇਹ ਕਹਿੰਦੇ ਨੇ। ਜਿਹਨੂੰ ਪਤਾ ਹੀ ਨਹੀਂ ਉਹਦੇ ਭਾਵੇਂ ਇਹ ਉਲਟੀ ਕਰਕੇ ਬਣਾ ਦਿਓ, ਉਹਨੇ ਤੇ ਕਹੀ ਜਾਣਾ। ਜੇ ਉਹਨੂੰ ਕਹਦਾ ਵੀ ਇਹ, ਉਹਨੇ ਕਹਿਣਾ ਇਹ ਹੈ, ਉਹਨੂੰ ਪਤਾ ਹੀ ਨਹੀਂ। ਔਰ ਸਭ ਤੋਂ ਜਿਹੜਾ ਕਰਮ, ਸਮਾਜ ਨੂੰ ਜਦੋਂ ਸਿਰਜਣਾ ਹੋਵੇ ਨਾ, ਸਮਾਜ ਦੀ ਸਿਰਜਣਾ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀ ਹੈ ਸਮਾਜ ਨੂੰ ਦਿੱਤੀ ਹੋਈ ਵਿਦਿਆ। ਸਭ ਤੋਂ ਵੱਡਾ ਰੋਲ। ਸਮਾਜ ਦੀ ਝੋਲੀ ਵਿੱਚ ਗਿਆਨ, ਸਮਾਜ ਦੀ ਝੋਲੀ ਵਿੱਚ ਵਿਦਿਆ, ਸਮਾਜ ਦੀ ਝੋਲੀ ਵਿੱਚ ਸਿੱਖਿਆ ਕਿੱਦਾਂ ਦੀ ਪਾਈ ਗਈ ਹੈ, ਇਹਨੇ ਤੈਅ ਕਰਨਾ ਹੈ ਕਿ ਸਾਡੇ ਸਮਾਜ ਦੀ ਸਿਰਜਣਾ ਕਿਵੇਂ ਦੀ ਹੋਏਗੀ। ਉਹ ਕੰਮ ਹੀ ਖਤਮ ਕਰਤਾ। ਉਹਨੇ ਇੰਨੀ ਸ਼ਾਤਰਤਾ ਦੇ ਨਾਲ, ਤੇਜ਼ ਦਿਮਾਗ ਦੇ ਨਾਲ ਇਹ ਕਰਮ ਆਪਣੇ ਕੋਲ ਰੱਖ ਲਿਆ, ਆਪਣੇ ਘਰ 'ਚ ਵੀ ਮੈਂ ਹੀ ਪੜ੍ਹ ਸਕਦਾ ਤੇ ਮੈਂ ਹੀ ਪੜ੍ਹਾ ਸਕਦਾ। ਪੜ੍ਹੇਗਾ ਉਹ ਜਿਹਨੂੰ ਮੈਂ ਚਾਹਾਂਗਾ, ਪੜ੍ਹੇਗਾ ਉਹ ਜਿਹੜਾ ਮੇਰੇ ਘਰ 'ਚ ਪੈਦਾ ਹੋਏਗਾ। ਮੇਰੇ ਘਰ ਤੋਂ ਬਾਹਰ ਪੈਦਾ ਹੋਣ ਵਾਲਾ ਵਿਦਿਆ ਨਹੀਂ ਪੜ੍ਹ ਸਕਦਾ। ਸਮਾਜ ਸਾਰਾ ਤਾਣੀ ਵਿਗੜ ਗਈ। ਜਦੋਂ ਗਿਆਨ ਹੀ ਨਹੀਂ ਦਿੱਤਾ ਤੇ ਤਾਣੀ ਵਿਗੜਨੀ ਹੀ ਹੈ ਨਾ। ਹੁਣ ਵਿਦਿਆ ਪੜ੍ਹਨੀ ਔਰ ਪੜ੍ਹਾਉਣੀ, ਫਿਰ ਦਾਨ ਕਰਵਾਉਣਾ ਤੇ ਦਾਨ ਲੈਣਾ ਕਰਨਾ ਥੋੜੀ ਹੈ, ਫਿਰ ਤੇ ਪੱਲਿਓਂ ਦੇਣਾ ਪੈਣਾ ਹੈ। ਕਰਨਾ ਨਹੀਂ ਹੈ, ਕਰਵਾਉਣਾ ਤੇ ਲੈਣਾ ਹੈ। ਬਸ ਦੂਜਿਆਂ ਨੂੰ ਕਹਿ ਦੇਣਾ ਦਾਨ ਕਰੋ ਤੇ ਨਾਲ ਇਹ ਕਹਿ ਦੇਣਾ ਵੀ ਸਾਨੂੰ ਕਰੋ। ਫਿਰ ਯੱਗ ਕਰਨਾ ਤੇ ਯੱਗ ਕਰਵਾਉਣਾ। ਇਹ 6 ਕਰਮ ਆਪਣੇ ਹਿੱਸੇ ਪਾ ਲਏ। ਉਤੋਂ ਬਾਅਦ ਚ ਵਾਰੀ ਆ ਗਈ ਦੂਜੀ ਵਰਨ ਵੰਡ ਦੇ ਆਧਾਰ ਖੱਤਰੀ ਦੀ। ਜਦੋਂ ਖੱਤਰੀ ਦੀ ਵੰਡ ਆਈ ਤੇ ਉਹਨੂੰ ਕਹਿੰਦੇ ਵੀ ਤੂੰ ਨਾ ਇਹਨਾਂ ਦਾ ਨਾ ਜਿਹੜਾ ਕਰਮ ਨੇ ਨਾ, ਉਹ ਕਰਮ ਵੀ ਇਹਨਾਂ ਦੀ ਪੈਦਾਇਸ਼ ਤੋਂ ਨਿਯੁਕਤ ਕੀਤੇ ਗਏ। ਜਿਵੇਂ ਮੰਨਿਆ ਜਾਂਦਾ, ਜਿਸ ਆਧਾਰ ਤੇ ਵਰਨ ਵੰਡ ਹੋਈ ਨਾ, ਉਸੇ ਤਰ੍ਹਾਂ ਮੰਨਿਆ ਜਾਂਦਾ ਹੈ ਵੀ ਜਿਹੜਾ ਬ੍ਰਾਹਮਣ ਹੈ ਉੱਚ ਜਾਤੀ ਵਾਲਾ, ਇੱਥੇ ਕਿਸੇ ਖਾਸ ਫਿਰਕੇ ਦੀ ਗੱਲ ਨਹੀਂ ਹੈ, ਖਿਆਲ ਰੱਖਿਓ। ਉੱਚ ਜਾਤੀ ਵਾਲਾ ਜਿਹੜਾ ਹੈ ਉਹ ਬ੍ਰਹਮਾ ਜੀ ਦੇ ਮੁਖ ਤੋਂ ਪੈਦਾ ਹੋਇਆ, ਇਹ ਮੰਨਿਆ ਜਾਂਦਾ ਹੈ ਮਿਥਿਹਾਸ। ਫਿਰ ਜਿਹੜਾ ਖੱਤਰੀ ਹੈ ਉਹ ਬ੍ਰਹਮਾ ਜੀ ਦੀਆਂ ਬਾਹਾਂ ਤੋਂ ਪੈਦਾ ਹੋਇਆ ਹੈ। ਇਸ ਕਰਕੇ ਉਹਦਾ ਜਿਹੜਾ ਕਰਮ ਹੈ ਨਾ, ਉਹਨੇ ਜੰਗ ਕਰਨੀ ਹੈ। ਬਸ ਉਹ ਬਾਰਡਰਾਂ ਤੇ ਖੜੇ, ਉਹ ਰਖਵਾਲੀ ਕਰੇ, ਰਾਖਾ ਬਣ ਕੇ ਖੜੇ। ਬਸ ਇਹ ਹੈ ਵੀ ਜਿਹੜਾ ਮਰਜ਼ੀ ਕੋਈ ਕਰਮ ਚੰਗਾ ਕਰੇ ਮਾੜਾ ਕਰੇ, ਪਰ ਜਦੋਂ ਕੁੱਟ ਪੈਣ ਦੀ ਵਾਰੀ ਆਵੇ ਤੇ ਉਦੋਂ ਖੱਤਰੀ ਅੱਗੇ ਹੋ ਜੇ, ਦੂਜਾ ਕੋਈ ਜੋ ਮਰਜ਼ੀ ਕਰੀ ਚੱਲੇ। ਫਿਰ ਇਸੇ ਤਰ੍ਹਾਂ ਜਦੋਂ ਤੀਜੇ ਵਰਨ ਵੰਡ ਦੀ ਵਾਰੀ ਆਈ ਤੇ ਉਹਨੂੰ ਕਹਿੰਦੇ ਵੀ ਸੱਜਣਾ ਤੂੰ ਪੈਦਾ ਹੋਇਆ ਹੈ ਬ੍ਰਹਮਾ ਜੀ ਦੇ ਪੇਟ ਤੋਂ।
इस करके तेरा काम है पेट पालना, साडा भी ते अपना भी तू कमाउणा है, कमाई करनी है। वेख तेरी रखवाली लई खतरी खड़ा है, तेनू कोई चिंता नहीं, उन्हें लड़ना, तू उहदा भी ढिड भरना, उहदा भी पेट पालना। फिर तेरे चंगे माड़े दिनां दी गल जिहड़ी करनी, तेनू किवें समझाउणा किवें नहीं, वो वेख तेरी सारी विद्या दी बात करन वास्ते आ उच्च जाति वाले खड़े। इस करके तू ओहदी भी परवरिश करनी है, तू अपना भी पेट पाल, साडा भी पाल, क्योंकि तू ब्रह्मा जी दे पेट तो पैदा होया है। फिर उस तो बाद चौथी वारी आ गई जिहड़ा सब तो नीवीं जाति वाला मन्निया गया, उन्होंने कहते भी तू पैदा होया ब्रह्मा जी दे पैरों तो, इस करके तेरा काम है सारियां तो नीवें रहना, तू ना बस हुण सारियां दी सेवा करनी है। वेख जे पढ़न दी गल आई तू नहीं पढ़ना, लड़न दी गल आई तू नहीं लड़ना, पेट पालण दी गल आई तू नहीं काम कार विच वड़ना, बस तू सेवा ही करी जानी है। उन्होंने ये भी वो पै गया ना भी जे किते ये पढ़ लिख गया इन्हें सानू सवाल करना, ये है नीवा, जे किते इनू लड़ना आ गया, असी ये खिलाफ गलत फैसला देता, इन्हें तो सानू आके नप लेना, इस गल का भी डर सी। ते जे किते ये काम करना सीख गया, इनू कार विहार करना आ गया, व्यापार करना आ गया, इनू धन कमाउणा आ गया, किते साडे बराबर ही ना हो जे, इस करके इनू रख ही नीवा दिता भी तू सेवा ही करनी है। बस इसे आधार ते समाज वंडता। हुण साहिब जी ने जिहड़ा जिक्र किया भी फक्कड़ जाति, फक्कड़ नाउ, साहिब कहंदे जात भी फक्कड़ है ते ना भी जात दे आधार ते रखिया होया फक्कड़ ही है, फजूल है, क्योंकि नीवीं जात विच जन्म लैण वाला समाजिक तौर ते जो मन्नी जाती, जे वो पढ़ लिख जाए, चंगा सोहना असल रसूख हासिल कर ले, ते सज्जणा ਉਹਦੀ जात का आधार रख के उन्होंने नीवा नहीं आख्या जा सकता, क्योंकि एक सोहने समाज की सिरजना वो भी कर रहे हैं। ते जे एक उच्च जाति विच जो समाज विच मन्नी जाती है, ਉਹਦੇ विच पैदा होने वाला करे कख भी ना, पढ़े अखर एक ना, ते समाज की सिरजना विच कोई योगदान ना होवे, सगों समाज नूं उलझाई बैठा होवे, ते समाज नूं सवारन वास्ते कोई कर्म ना कीता होवे, समाज विच गंदगी फैलाउंदा होवे, ते असीं की कहांगे भी तेरा बड़ा योगदान है समाज सवारन च? नहीं। साहिब जी ने इसे आधार ते सानू अज समझाया, जात का गर्भ ना कर मूर्ख गावारा, इस गर्भ ते चले बहुत बेकारा। या साहिब जी कहते जात का गर्भ ना करियो कोई, ब्रह्म बिंदै सो ब्राह्मण होई। जेड़ा ब्रह्म नूं पहचान लएगा उही उच्च जाति वाला है। हुण ब्राह्मण नूं ते समाजिक तौर पर नीवीं जात वाला भी पछाण सकता है ब्रह्म नूं, अकाल पुरख जी नूं, पर अफसोस इस गल दा उहनूं विचारे नूं हक ही नहीं दिता। हुण खिमा करियो, मैं ये लफ्ज़ वरत रहा सिर्फ समझण वास्ते। आपां भगत साहिबान पढ़ते हैं, उन्हां जी दी बाणी भी पढ़ते हैं, भगत साहिबान जी दी, उन्हां दा इतिहास भी पढ़ते हैं। समाजिक तौर पर जो वर्ण वंडियां पाइयां, उस आधार पर जे भगत साहिबान जी का घराना वेखांगे तो की है, कोई टावां ही भगत, कोई टावें भगत साहिबान ने विरले जेड़े समाज विच उच्च जाति नाल संबंध रखण वाले, बहुतात नीवें ही ने जाति के आधार पर। खिमा करियो मैं लफ्ज़ वरत रहा क्योंकि गुरबाणी इन्हां चीज़ों को मनदी नहीं, सिर्फ मैं समझण वास्ते। ये कहता भी तू नीवीं जात वाला है, तू ब्रह्म नाल सांझ नहीं पा सकता, तू रब नाल प्रेम नहीं बना सकता, रब नाल प्यार नहीं बना सकता, ये कहता। पर भगत साहिब जी ने इन्हां सारियां चीज़ों तो उपर उठ के प्रेम किहदे नाल बनाया? रब नाल।
ਜਦੋਂ ਰੱਬ ਜੀ ਨਾਲ ਪ੍ਰੇਮ ਬਣਿਆ, ਹੁਣ ਜਿੰਨੇ ਉੱਚ ਜਾਤੀ ਵਾਲੇ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਬੜੀ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਸਾਡਾ ਤੋਰੀ ਫੁਲਕਾ ਬੰਦ ਹੋ ਜਾਣਾ ਜੇ ਇਹਨਾਂ ਵੱਲ ਲੋਕ ਤੁਰ ਪਏ ਤੇ। ਔਰ ਸੱਚਮੁੱਚ ਇਸੇ ਤਰ੍ਹਾਂ ਵੀ ਵੇਖੋ, ਇੱਕ ਬੰਦਾ ਮਾਰਕੀਟ 'ਚ ਇਕੱਲਾ ਬੈਠਾ, ਉਹਨੂੰ ਪਤਾ ਵੀ ਕੋਈ ਮਰੇ ਕੋਈ ਜੀਵੇ, ਸਾਰਿਆਂ ਨੇ ਮੇਰੇ ਕੋਲ ਹੀ ਆਉਣਾ, ਆਪਣਾ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ ਹੈ, ਆਪਾਂ ਨੂੰ ਕੀ ਲੋੜ ਹੈ। ਤੇ ਉਹਦੇ ਸਾਹਮਣੇ ਕਿਤੇ ਨੇੜੇ ਤੇੜੇ ਇੱਕ ਬੰਦਾ ਆ ਕੇ ਹੋਰ ਬਹਿ ਜੇ, ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਤੇ ਸਾਡੇ ਤੇ ਗਾਹਕ ਵੀ ਵੰਡੇ ਜਾਣੇ। ਫਿਰ ਕੀ ਹੁੰਦਾ, ਜਿਹੜਾ ਉਹਦੀ ਦੁਕਾਨ ਤੇ ਆਉਂਦਾ ਉਹ ਸਭ ਤੋਂ ਪਹਿਲਾਂ ਕੀ ਕਹਿੰਦਾ, ਉਸ ਦੁਕਾਨ ਤੇ ਨਾ ਜਾਇਓ, ਸਮਾਨ ਵਧੀਆ ਨਹੀਂ ਦਿੰਦਾ ਉਹ। ਵੇਖੋ, ਤੁਹਾਡੇ ਨਾਲ ਮੇਰਾ ਰਾਬਤਾ ਬੜੇ ਚਿਰ ਦਾ ਬਣਿਆ ਹੋਇਆ ਹੈ, ਆਪਾਂ ਤੁਹਾਨੂੰ ਕਦੇ ਮਾੜੀ ਵਸਤੂ ਦਿੱਤੀ ਨਹੀਂ ਹੈ। ਉਹਦੀ ਦੁਕਾਨ ਤੋਂ ਕਿਤੇ ਵਸਤੂ ਲੈ ਕੇ ਨਾ ਜਾਇਓ, ਉਹਦੀਆਂ ਵਸਤੂਆਂ ਬੜੀਆਂ ਮਾੜੀਆਂ ਨੇ, ਵੀ ਕਿਤੇ ਮੇਰਾ ਤੋਰੀ ਫੁਲਕਾ ਨਾ ਬੰਦ ਹੋ ਜੇ। ਅਗਲੇ ਦਾ ਬੰਦ ਹੁੰਦਾ ਹੋ ਜੇ, ਮੇਰਾ ਨਹੀਂ ਬੰਦ ਹੋਣਾ ਚਾਹੀਦਾ। ਬਸ ਇਸੇ ਤਰ੍ਹਾਂ ਉਹ ਜਿਨ੍ਹਾਂ ਨੂੰ ਇਹ ਡਰ ਬਣ ਗਿਆ ਵੀ ਸਾਡਾ ਤੋਰੀ ਫੁਲਕਾ ਬੰਦ ਹੋ ਜਾਣਾ, ਉਹਨਾਂ ਨੇ ਭਗਤ ਸਾਹਿਬਾਨਾਂ ਨੂੰ ਵੀ ਮਾੜਾ ਕਹਿਣਾ ਸ਼ੁਰੂ ਕਰਤਾ। ਭਗਤ ਕਬੀਰ ਸਾਹਿਬ ਨੂੰ ਵੀ, ਭਗਤ ਰਵਿਦਾਸ ਜੀ ਨੂੰ ਵੀ, ਭਗਤ ਸਧਨਾ ਜੀ ਹੁਣਾਂ ਨੂੰ, ਭਗਤ ਸੈਣ ਜੀ ਹੁਣਾਂ ਨੂੰ, ਭਗਤ ਨਾਮਦੇਵ ਜੀ, ਸਾਰੇ ਭਗਤ। ਕਿਹਨੇ ਕਿਹਾ ਵੀ ਭਗਤ ਕਬੀਰ ਸਾਹਿਬ ਚੰਗੇ ਨੇ ਜਾਂ ਕਿਹਨੇ ਕਿਹਾ ਭਗਤ ਨਾਮਦੇਵ ਜੀ ਚੰਗੇ? ਉਸ ਵੇਲੇ ਦੇ ਸਮਕਾਲੀ ਲੋਕ ਤੇ ਇਹੀ ਕਹਿ ਰਹੇ ਵੀ ਉਹ ਮਾੜੇ ਨੇ, ਉਹਨਾਂ ਨੂੰ ਤੇ ਪਤਾ ਹੀ ਨਹੀਂ ਰੱਬ ਕੀ ਹੁੰਦਾ। ਰੱਬ ਤੇ ਸਾਡੇ ਕੋਲ ਹੈ। ਜਿਵੇਂ ਆਪਾਂ ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹਦੇ ਹਾਂ, ਉਹਨਾਂ ਦੇ ਜੀਵਨ 'ਚ ਇੱਕ ਘਟਨਾ ਮਿਲਦੀ, ਜਦੋਂ ਚਤੌੜ ਦੀ ਰਾਣੀ ਭਗਤ ਜੀ ਨੂੰ ਭੋਜਨ ਤੇ ਸੱਦਦੀ ਹੈ, ਘਰੇ ਪ੍ਰਸ਼ਾਦੇ ਤੇ ਸੱਦਦੀ ਭਗਤ ਰਵਿਦਾਸ ਜੀ ਨੂੰ। ਉਹ ਘਰੇ ਬ੍ਰਹਮ ਭੋਜ ਰੱਖਿਆ ਸੀ ਤੇ ਉਹ ਬ੍ਰਹਮ ਭੋਜ ਤੇ ਜਦੋਂ ਸੱਦਿਆ ਭਗਤ ਰਵਿਦਾਸ ਜੀ ਨੂੰ, ਉਹ ਸਾਰੇ ਉੱਚ ਜਾਤੀ ਵਾਲੇ ਇੱਕ ਪਾਸੇ ਖੜੇ, ਉਹ ਪਹਿਲੋਂ ਅਸੀਂ ਛਕਣਾ, ਇਹਨਾਂ ਨੂੰ ਬਾਅਦ 'ਚ ਸਿਖਾਉਣਾ, ਇਹ ਨੀਵਾਂ ਅਸੀਂ ਉੱਚੇ। ਹੁਣ ਉਹ ਰਾਣੀ ਜਿਹੜੀ ਸੀ ਉਹ ਸ਼ਰਧਾਲੂ ਸੀ ਭਗਤ ਰਵਿਦਾਸ ਜੀ ਦੀ, ਉਹਨਾਂ ਨੂੰ ਪਤਾ ਸੀ ਵੀ ਇਹ ਤੇ ਬ੍ਰਹਮ ਨਾਲ ਇੱਕ ਮਿਕ ਨੇ। ਉਹ ਕਹਿੰਦੀ ਵੀ ਨਹੀਂ, ਇਹ ਵੀ ਤੁਹਾਡੇ ਬਰਾਬਰ ਬਹਿ ਕੇ ਛਕਣਗੇ। ਉਹ ਕਹਿੰਦੇ ਜੇ ਸਾਡੇ ਬਰਾਬਰ ਬਹਿਣਗੇ ਅਸੀਂ ਬਹਿਣਾ ਕੋਈ ਨਹੀਂ, ਅਸੀਂ ਨਹੀਂ ਛਕਣਾ। ਉੱਥੇ ਹੁਣ ਸਿਲਸਿਲਾ ਬੜਾ, ਇਹ ਤੇ ਭਗਤ ਜੀ ਹੋਈ ਸੀ ਜਿਹੜਾ ਫੈਸਲਾ ਦੇ ਸਕਦੇ ਸੀ ਵੀ ਹੁਣ ਬਹਿਣਾ ਕਿ ਨਹੀਂ ਬਹਿਣਾ। ਉਹਨਾਂ ਵੀ ਕਹਿਤਾ ਵੀ ਕੋਈ ਗੱਲ ਨਹੀਂ, ਇਹਨਾਂ ਨੂੰ ਬਿਠਾ ਕੇ ਸਿਖਾ ਦਿਓ, ਆਪਾਂ ਬਾਅਦ 'ਚ ਛਕ ਲਾ, ਕਿੱਡੀ ਕੁ ਵੱਡੀ ਗੱਲ ਹੈ, ਬਾਅਦ 'ਚ ਬਹਿ ਕੇ ਛਕ ਲਾਂਗੇ। ਜਦੋਂ ਉਹ ਸਾਰੇ ਪ੍ਰਸ਼ਾਦਾ ਛਕਣ ਲਈ ਬਹਿੰਦੇ ਨੇ, ਜਿਵੇਂ ਇਤਿਹਾਸਕਾਰਾਂ ਲਿਖਿਆ ਵੀ ਉਹਨਾਂ ਨੂੰ ਆਪਣੇ ਨਾਲ, ਜਿਵੇਂ ਅਕਾਲ ਪੁਰਖ ਪਰਮੇਸ਼ਵਰ ਵਿਚਰ ਰਹੇ ਨਾ ਸਾਰੇ ਪਾਸੇ, ਉਹਨਾਂ ਨੂੰ ਨਾਲ ਕੀ ਨਜ਼ਰੀ ਪੈਂਦਾ ਵੀ ਸਾਡੇ ਨਾਲ ਭਗਤ ਜੀ ਬੈਠੇ ਹੋ। ਸਾਰਿਆਂ ਨੇ ਇਹ ਮਹਿਸੂਸ ਕੀਤਾ। ਫਿਰ ਪ੍ਰਸ਼ਾਦਾ ਤੇ ਛਕਣ ਦੀ ਗੱਲ ਰਹੀ, ਬਾਅਦ 'ਚ ਸਾਰੇ ਉੱਠ ਕੇ ਪਹਿਲੋਂ ਭਗਤ ਜੀ ਦੇ ਚਰਨਾਂ ਤੇ। ਹੁਣ ਸਾਹਿਬ ਜੀ ਕੀ ਬਾਣੀ ਪੜੋ, ਕਿਉਂਕਿ ਜ਼ਾਤ ਦੇ ਆਧਾਰ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਚੰਗਾ ਤੇ ਮਾੜਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਲੋਕੀ ਕਹਿੰਦੇ ਸੀ ਇਹ ਤੇ ਸ਼ੀਂਬਾ ਅੱਧੀ ਕੌਡੀ ਦਾ ਹੈ, ਪਰ ਬਾਪੂ ਜੀ ਕਹਿੰਦੇ ਆਡ ਦਾਮ ਕੋ ਛੀਪਰੋ ਹੋਇਓ ਲਾ ਖੀਣਾ। ਦੁਨੀਆ ਨੂੰ ਕਿੱਥੇ ਸਮਝ ਲੱਗੀ ਉਦੋਂ ਦੇ ਤੇ ਇਹੀ ਕਹੀ ਜਾ ਵੀ ਚੱਲ ਬਾਹਰ, ਤੈਨੂੰ ਨਹੀਂ ਇੱਥੇ ਬਹਿਣ ਦੇਣਾ ਸੀ, ਤੂੰ ਕੌਣ ਹੁੰਦਾ ਸਾਡੇ ਧਰਮ ਅਸਥਾਨ ਤੇ ਵੜਨ ਵਾਲਾ। ਜੇ ਸਾਡੇ ਧਰਮ ਅਸਥਾਨ ਦੇ ਉੱਤੇ ਤੂੰ ਆਉਣ ਦੀ ਚਾਹੁੰਦਾ ਸੀ ਵੀ ਸਾਡੇ ਧਰਮ ਅਸਥਾਨ ਤੇ ਆਉਣਾ ਹੈ, ਜਾਂ ਤੂੰ ਧਰਮ ਅਸਥਾਨ ਤੇ ਆ ਕੇ ਪੂਜਾ ਕਰਨੀ ਚਾਹੁੰਦਾ ਸੀ, ਤੇ ਫਿਰ ਸੱਜਣਾ ਉੱਚੀ ਜਾਤੀ 'ਚ ਪੈਦਾ ਹੋ ਕੇ ਆਉਂਦਾ, ਇੱਥੇ ਨਹੀਂ ਅਸੀਂ ਤੈਨੂੰ ਵੜਨ ਦੇਣਾ, ਚੱਲ ਬਾਹਰ। ਅਗਲਿਆਂ ਕੱਢਤਾ। ਸਮਕਾਲੀ ਸਨ ਜਿਹੜੇ। ਗੁਰੂ ਅਰਜਨ ਸਾਹਿਬ ਕਹਿੰਦੇ ਸਮਕਾਲੀਆਂ ਨੇ ਮਾਰੇ ਧੱਕੇ, ਪਰ ਆੜ ਦਾਮ ਕੋ ਛੀਪਰੋ ਹੋਇਓ ਲਾ ਖੀਣਾ। ਫਿਰ ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਇਹ ਤੇ ਨੀਵੀਂ ਕੁੱਲ ਦਾ ਜਲਾ ਹੈ, ਦੁਨੀਆ ਕਹਿੰਦੀ ਹੈ।
ਵੀ ਐਵੇਂ ਸਾਰਾ ਦਿਨ ਲੋਕਾਂ ਦੇ ਕਾਰ ਵਿਹਾਰ ਕਰਦਾ ਫਿਰਦਾ ਇਹਨੇ ਨੀਵੇਂ। ਪਰ ਬਾਪੂ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਗੋਬਿੰਦ ਨਾਲ ਸਾਂਝ ਬਣੀ, ਅਕਾਲ ਪੁਰਖ ਪਰਮੇਸ਼ਵਰ ਨਾਲ ਸਾਂਝ ਬਣੀ, ਨੀਚ ਕੁਲਹ ਜੋ ਲਾਹਰਾ ਭਇਓ ਗੁਣੀ ਗਹੀਰਾ। ਤੇ ਜਦੋਂ ਭਗਤ ਰਵਿਦਾਸ ਜੀ ਦੀ ਵਾਰੀ ਆਈ, ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ। ਲੋਕੀ ਤੇ ਮੂੰਹ ਨਹੀਂ ਸੀ ਲਾਉਂਦੇ ਵੀ ਇਹ ਤੇ ਪਸ਼ੂ ਢੋਂਦੇ ਨੇ, ਇਹ ਤੇ ਮਰੇ ਹੋਏ ਪਸ਼ੂ ਚੁੱਕ ਚੁੱਕ ਕੇ ਘਰਾਂ ਚੋਂ ਲੈ ਕੇ ਜਾਂਦੇ, ਅਸੀਂ ਕਿਉਂ ਇਹਨਾਂ ਨਾਲ ਰਾਬਤਾ ਰੱਖੀਏ। ਤਿੰਨ ਤਿਆਗੀ ਮਾਇਆ, ਹੁਣ ਉਹਨਾਂ ਨੇ ਮਾਇਆ ਪ੍ਰਤੀ ਮੋਹ ਲਾਲਸਾ ਛੱਡਤੀ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹੁਣ ਉਹ ਕਹਿੰਦੇ ਸੀ ਵੀ ਤੁਸੀਂ ਉੱਚੇ ਨਹੀਂ ਨੀਵੇਂ ਹੋ, ਤੁਹਾਨੂੰ ਰੱਬ ਨਹੀਂ ਮਿਲਣਾ ਤੇ ਨਾ ਹੀ ਤੁਹਾਡੀ ਸਾਂਝ ਰੱਬ ਨਾਲ ਬਣਨੀ ਹੈ। ਭਗਤ ਰਵਿਦਾਸ ਜੀ ਪ੍ਰਤੀ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਦਰਸ਼ਨ ਪਾਇਆ। ਦੀਦਾਰ ਹੀ ਰਵਿਦਾਸ ਜੀ ਨੇ ਕੀਤੇ ਨੇ। ਫਿਰ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਉਹ ਵੀ ਤੁਸੀਂ ਤੇ ਲੋਕਾਂ ਦੇ ਘਰੇ ਭਾਂਡੇ ਧੋਣ ਜਾਂਦੇ ਹੋ। ਨੀਵੀਂ ਜ਼ਾਤ ਸੀ ਨਾ, ਸਮਾਜਿਕ ਦੇ ਆਧਾਰ ਤੇ, ਸਮਾਜਿਕ ਤੌਰ ਤੇ। ਸੈਣ ਨਾਈ, ਕਿਸੇ ਘਰੇ ਖੁਸ਼ੀ ਦਾ ਵੇਲਾ ਆਉਣਾ ਤਾਂ ਚਲੇ ਜਾਣਾ, ਗਮ ਦਾ ਵੇਲਾ ਆਉਣਾ ਤਾਂ ਚਲੇ ਜਾਣਾ, ਸਾਫ ਸਫਾਈ ਕਰਨ ਵਾਸਤੇ। ਲੋਕੀ ਕਹਿੰਦੇ ਸੀ ਇਹ ਤੇ ਸਾਡਾ ਨੌਕਰ ਹੈ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਿਹੜੇ ਕਹਿੰਦੇ ਸੀ ਸਾਡੇ ਘਰ ਦਾ ਨੌਕਰ ਹੈ, ਬਾਅਦ ਚ ਮੰਨਣਾ ਪਿਆ ਨਹੀਂ, ਇਹ ਤੇ ਭਗਤ ਜੀ ਨੇ। ਇਹ ਬਿੱਦ ਸੁਣ ਕੇ ਡਾਕਟਰੋ। ਹੁਣ ਇੱਕ ਪੱਖ ਤੇ ਮੈਂ ਹੋਰ ਰੱਖਦਾ ਚੱਲਾਂ। ਹਾਂ, ਜਿਹੜਾ ਪੱਖ ਗੁਰੂ ਅਰਜਨ ਸਾਹਿਬ ਰੱਖ ਰਹੇ, ਜਦੋਂ ਭਗਤ ਧੰਨਾ ਜੀ ਦੇ ਸਮਾਜਿਕ ਤੌਰ ਉੱਤੇ ਜਾਤੀ ਦੀ ਬਾਤ ਕਰਦੇ, ਅਸੀਂ ਕਹਿੰਦੇ ਜੀ ਇਹ ਤੇ ਉੱਚ ਜਾਤੀ ਹੈ, ਜਾਟਰੋ ਉੱਚ ਜਾਤੀ ਹੈ। ਪਰ ਜੇ ਜਾਤ ਪਾਤ ਦਾ ਵਿਤਕਰਾ ਹੁੰਦਾ ਜਾਂ ਜਾਤ ਪਾਤ ਦਾ ਜਿਹੜਾ ਵਰਨ ਵੰਡ ਸਮਾਜ ਨੇ ਪਾਈ, ਜੇ ਭਗਤ ਧੰਨਾ ਜੀ ਦੇ ਮਨ ਵਿੱਚ ਹੁੰਦੀ ਉਹ, ਤੇ ਕੀ ਨੀਵੀਂ ਜਾਤ ਤੋਂ ਉਹ ਉਪਦੇਸ਼ ਲੈ ਕੇ ਤੁਰਦੇ? ਫਿਰ ਤੇ ਇਹੀ ਸੀ ਨਾ ਵੀ ਇਹ ਤੇ ਨੀਵੇਂ ਨੇ। ਮੈਂ ਕਿਉਂ ਇੱਕ ਜੁਲਾਹੇ ਕੋਲੋਂ ਉਪਦੇਸ਼ ਲਵਾਂ? ਮੈਂ ਕਿਉਂ ਇੱਕ ਪਸ਼ੂ ਢੋਣ ਵਾਲੇ ਕੋਲੋਂ ਸਿੱਖਿਆ ਲਵਾਂ? ਮੈਂ ਕਿਉਂ ਘਰਾਂ ਦੇ ਵਿੱਚ ਸਫਾਈ ਕਰਨ ਵਾਲੇ ਤੋਂ ਸਿੱਖਿਆ ਲਵਾਂ? ਮੈਂ ਕਿਉਂ ਨੇਤਾ ਪ੍ਰਤੀ ਕੱਪੜੇ ਰੰਗਣ ਵਾਲੇ ਤੋਂ ਸਿੱਖਿਆ ਲਵਾਂ? ਪਰ ਨਹੀਂ, ਹੈ ਹੀ ਨਹੀਂ ਮਨ ਵਿੱਚ ਜਾਤ ਪਾਤ ਦਾ ਕੋਈ ਵਰਨ ਵੰਡ ਵਿਤਕਰਾ ਨਹੀਂ। ਉਹ ਵਰਨ ਵੰਡ ਦਾ ਵਿਤਕਰਾ ਨਾ ਹੋਣ ਕਰਕੇ ਜਦੋਂ ਵੇਖਿਆ ਵੀ ਰੱਬ ਜੀ ਨਾਲ ਸਾਂਝ ਬਣੀ, ਇਹ ਸਾਰੇ ਗੁਣ ਭਰਪੂਰ ਬਣ ਗਏ, ਰੱਬ ਜੀ ਨਾਲ ਪ੍ਰੇਮ ਬਣਿਆ, ਇਹ ਸਾਰੇ ਬੜੇ ਉੱਚੇ ਔਰ ਸੁੱਚੇ ਇਖਲਾਕ ਵਾਲੇ ਬਣ ਗਏ। ਇਹ ਬਿੱਦ ਸੁਣ ਕੇ ਜੱਟਰੋ ਉੱਠ ਭਗਤੀ ਲਾਗਾ। ਉਹ ਕਹਿੰਦੇ ਆਪਾਂ ਵੀ ਭਗਤੀ ਕਰਨੀ, ਆਪਾਂ ਇਹ ਨਹੀਂ ਵੇਖਣਾ ਵੀ ਜਾਤ ਪਾਤ ਕੀ ਹੈ, ਆਪਾਂ ਭਗਤੀ ਕਰਨੀ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਉਹ ਵੱਡਿਆਂ ਭਾਗਾਂ ਵਾਲੇ ਬਣ ਗਏ ਕਿਉਂਕਿ ਗੋਸਾਈ ਅਕਾਲ ਪੁਰਖ ਪਰਮੇਸ਼ਵਰ ਜੀ ਮਿਲ ਗਏ। ਫੱਕੜ ਜਾਤੀ ਫੱਕੜ ਨਾਉ, ਸਾਰਾ ਕੁਝ ਵਿਅਰਥ ਹੈ। ਗੱਲ ਸਾਡੇ ਕਰਮਾਂ ਦੀ ਹੈ ਕਿ ਸਾਡਾ ਕਰਮ ਕਿਸ ਤਰ੍ਹਾਂ ਦਾ ਹੈ। ਅਸੀਂ ਚੰਗੇ ਕਰਮ ਕਰ ਰਹੇ ਹਾਂ ਕਿ ਮਾੜੇ? ਜੇ ਚੰਗੇ ਕਰ ਰਹੇ ਹਾਂ ਤੇ ਜ਼ਾਤ ਹੈ ਚੰਗੀ, ਤੇ ਜੇ ਮਾੜੇ ਕਰ ਰਹੇ ਹਾਂ ਤੇ ਫਿਰ ਜ਼ਾਤ ਮਾੜੀ। ਜਿਹੜਾ ਬ੍ਰਹਮ ਨਾਲ ਸਾਂਝ ਬਣਾ ਲੈਂਦਾ ਉਹੀ ਉੱਚ ਜਾਤੀ ਵਾਲਾ ਬਣ ਜਾਂਦਾ ਹੈ, ਤੇ ਜਿਹੜਾ ਉੱਚ ਜਾਤੀ ਵਾਲਾ ਹੋਣ ਦੇ ਬਾਵਜੂਦ ਵੀ ਬ੍ਰਹਮ ਨਾਲ ਸਾਂਝ ਨਾ ਬਣਾ ਸਕਿਆ ਉਹ ਨੀਵਾਂ ਹੋ ਜਾਂਦਾ ਹੈ, ਉਹ ਮਾੜਾ ਬਣ ਜਾਂਦਾ ਹੈ। ਤੇ ਸਾਹਿਬ ਕਹਿੰਦੇ ਸਭਨਾ ਜੀਆਂ ਇੱਕਾ ਛਾਉ, ਕਿਉਂਕਿ ਆਸਰਾ ਤੇ ਸਾਰੇ ਜੀਵਾਂ ਨੂੰ ਇੱਕ ਦਾ ਹੀ ਹੈ। ਉਹਦੇ ਤੋਂ ਬਿਨਾ ਦੂਜਾ ਕੋਈ ਆਸਰਾ ਨਹੀਂ। ਉਸੇ ਨੇ ਆਸਰਾ, ਉਸੇ ਨੇ ਆਧਾਰ ਤੇ ਉਸੇ ਨੇ ਸਹਾਰਾ ਦਿੱਤਾ। ਨਾ ਤੇ ਉਹਨੇ ਬਣਾਉਣ ਲੱਗਿਆਂ ਵਿਤਕਰਾ ਕੀਤਾ, ਨਾ ਬਣਾ ਕੇ ਵਿਤਕਰਾ ਕੀਤਾ, ਤੇ ਨਾ ਸਮਾਜ ਉੱਤੇ ਭੇਜ ਕੇ ਵਿਤਕਰਾ ਕੀਤਾ। ਉਹਨੇ ਤੇ ਸਾਰੇ ਇੱਕੋ ਤਰੀਕੇ ਨਾਲ ਸਮਾਜ ਤੇ ਭੇਜੇ। ਬਾਬਾ ਕਬੀਰ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਨਾ, ਉਹਨਾਂ ਨੇ ਜ਼ਾਤ ਪਾਤ ਤੇ ਬੜੀ ਕਰਾਰੀ ਚੋਟ ਦਿੱਤੀ। ਉਹ ਕਹਿੰਦੇ ਅੱਜ ਤੱਕ ਤੁਸੀਂ ਸੱਜਣਾ
ਸਾਨੂੰ ਭੰਡਦੇ ਆਇਓ ਵੀ ਅਸੀਂ ਨੀਵੇਂ ਆ। ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਸਾਹਮਣੇ ਬਹਿ ਵੀ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ ਵੀ ਅੱਜ ਤੱਕ ਤੁਸੀਂ ਸਾਨੂੰ ਨੀਵੇਂ ਹੀ ਆਖਿਆ, ਅਸੀਂ ਮੰਨ ਵੀ ਲੈਨੇ ਆ ਵੀ ਅਸੀਂ ਨੀਵੇਂ ਆ, ਪਰ ਸਾਹਮਣੇ ਬੈਠ ਤੇ ਵੀ ਤੁਹਾਡੇ ਬੈਠਣ ਵਾਸਤੇ ਅਸੀਂ ਆਸਣ ਵੀ ਉੱਚਾ ਲਾ ਲਈ, ਨੀਵੇਂ ਬਹਿ ਜਾਣੇ ਕਿੱਡੀ ਕੁ ਗੱਲ ਹੈ ਵੀ ਤੁਸੀਂ ਬੈਠੋ। ਗੱਲ ਤੇ ਵਿਚਾਰ ਦੀ ਸੀ, ਭਾਵੇਂ ਉੱਚਾ ਬਹਿ ਕੇ ਵਿਚਾਰ ਕਰ ਲੈਂਦੇ, ਗੱਲ ਤੇ ਸੀ ਵੀ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ ਵੀ ਮੈਂ ਨੀਵਾਂ ਕਿਵੇਂ ਤੇ ਤੁਸੀਂ ਉੱਚੇ ਕਿਵੇਂ। ਉਹ ਬੈਠੇ ਜਦੋਂ ਉਹ ਕਹਿੰਦੇ ਵੀ ਤੁਸੀਂ, ਕਹਿੰਦੇ ਜੀ ਮੈਂ ਉੱਚ ਜਾਤੀ। ਭਗਤ ਜੀ ਕਹਿੰਦੇ ਅੱਛਾ, ਕਹਿੰਦੇ ਸਵਾਲ ਦੱਸੋ ਵੀ ਤੁਹਾਡਾ ਜਨਮ ਕਿਵੇਂ ਹੋਇਆ। ਮੇਰਾ ਸਵਾਲ ਵੀ ਤੁਸੀਂ ਜਨਮ ਕਿਵੇਂ ਲਿਆ। ਉਹ ਕਹਿੰਦੇ ਮਾਤਾ ਦੇ ਉਦਰ ਤੋਂ। ਭਗਤ ਜੀ ਕਹਿੰਦੇ ਵੀ ਜਨਮ ਤੇ ਮੈਂ ਵੀ ਮਾਤਾ ਦੇ ਉਦਰ ਤੋਂ ਲਿਆ, ਵੀ ਫਰਕ ਕੀ ਹੋਇਆ। ਵੀ ਇਹ ਤੇ ਹੈ ਨਹੀਂ ਵੀ ਤੁਹਾਨੂੰ ਮਾਂ ਨੇ ਜਨਮ ਦਿੱਤਾ ਤੇ ਮੈਂ ਕਿਸੇ ਹੋਰ ਤਰੀਕੇ, ਕੋਈ ਹੋਰ ਰਸਤਾ, ਕੋਈ ਹੋਰ ਤਰੀਕੇ ਨਾਲ ਮੈਂ ਰੱਬ ਜੀ ਦੇ ਬਣਾਏ ਨਿਯਮ ਤੋਂ ਉਲਟ ਸਮਾਜ ਤੇ ਆਇਆ, ਵੀ ਜਿਵੇਂ ਤੁਹਾਨੂੰ ਪੈਦਾ ਕੀਤਾ ਉਵੇਂ ਮੈਂ ਵੀ ਜਨਮ ਲਿਆ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਟ ਕਾਹੇ ਨਹੀਂ ਆਇਆ। ਵੀ ਫਿਰ ਤੁਹਾਡੇ ਪੈਦਾ ਹੋਣ ਦਾ ਤਰੀਕਾ ਹੋਰ ਕਿਉਂ ਨਹੀਂ, ਉਹੀ ਤਰੀਕਾ ਕਿਉਂ ਜਿਹੜਾ ਸਾਡਾ ਹੈ, ਜਾਂ ਸਾਡੇ ਪੈਦਾ ਹੋਣ ਦਾ ਤਰੀਕਾ ਹੋਰ ਕਿਉਂ ਨਹੀਂ, ਉਹੀ ਤਰੀਕਾ ਕਿਉਂ ਜਿਹੜਾ ਤੁਹਾਡਾ ਹੈ। ਹੁਣ ਜਵਾਬ ਕੀ ਆਵੇ। ਕਹਿੰਦੇ ਚਲੋ ਆਪਾਂ ਇਹ ਵੀ ਮੰਨ ਵੀ ਕੋਈ ਰੱਬ ਦਾ ਨਿਯਮ ਹੈ। ਕਹਿੰਦੇ ਵੀ ਤੁਸੀਂ ਉੱਚ ਜਾਤੀ ਦੇ, ਮੈਂ ਨਹੀਂ ਕਰਦਾ, ਵੀ ਆਪਾਂ ਫਿਰ ਇੱਕ ਫੈਸਲਾ ਹੋਰ ਕਰਕੇ ਵੇਖ ਲਈਏ। ਉਹ ਕਹਿੰਦਾ ਦੱਸੋ। ਕਹਿੰਦੇ ਵੀ ਤੁਸੀਂ ਆਪਣੇ ਹੱਥ ਤੇ ਆ ਨਿੱਕਾ ਜਿਹਾ ਫੱਟ ਮਾਰੋ ਇੱਕ, ਫਿਰ ਮੈਂ ਵੀ ਮਾਰਦਾ। ਜੇ ਤੇ ਤੁਹਾਡੀ ਵੱਜੇ ਫੱਟ ਵਿੱਚੋਂ ਦੁੱਧ ਨਿਕਲ ਆਇਆ, ਮੈਂ ਇੱਥੇ ਹੀ ਮੱਥਾ ਟੇਕ ਜਾਵਾਂਗਾ ਵੀ ਵਾਕਈ ਤੁਸੀਂ ਉੱਚ ਜਾਤੀ ਦੇ ਹੋ। ਮੇਰੀ ਨਸਾਂ ਦੇ ਵਿੱਚੋਂ, ਮੇਰੇ ਫੱਟ ਵਿੱਚੋਂ ਜੇ ਲਹੂ ਤੇ ਤੁਹਾਡੇ ਚੋਂ ਦੁੱਧ ਸਿਮਿਆ ਤੇ ਮੈਂ ਨਮਸਕਾਰ ਕਰ ਜਾਵਾਂਗਾ ਵੀ ਤੁਸੀਂ ਉੱਚੇ ਹੋ। ਤੇ ਜੇ ਤੁਹਾਡੇ ਚੋਂ ਵੀ ਲਹੂ ਸਿਮਿਆ ਫਿਰ ਕਿਵੇਂ ਪਤਾ ਲੱਗੇਗਾ ਵੀ ਤੁਹਾਡਾ ਲਹੂ ਕਿਹੜਾ ਤੇ ਮੇਰਾ ਕਿਹੜਾ। ਆਪਾਂ ਦੋਵੇਂ ਮਿਲਾ ਦੇਾਂਗੇ, ਫਿਰ ਫਰਕ ਪੈਦਾ, ਆਪਾਂ ਦੋਵੇਂ ਪਾਸੇ ਹੋ ਜਾਾਂਗੇ। ਇੱਕ ਤੀਜਾ ਬੰਦਾ ਸੱਦ ਲਾਂਗੇ ਵੀ ਦੱਸ ਆ ਲਹੂ 'ਚ ਫਰਕ ਕੀ ਹੈ। ਉਹ ਤੇ ਵੱਖਰੀ ਗੱਲ ਹੈ ਨਾ ਵੀ ਅਗਾਂਹ ਡਾਕਟਰ ਕੋਲ ਜਾ ਕੇ ਗਰੁੱਪ ਪੁੱਛਦੇ ਫਿਰੀਏ ਵੀ O ਪੋਜ਼ਿਟਿਵ ਹੈ ਕਿ B ਪੋਜ਼ਿਟਿਵ ਹੈ, ਉਹ ਇੱਕ ਪੱਖ ਵੱਖਰਾ ਹੈ, ਪਰ ਰੰਗ ਤੇ ਇੱਕੋ ਹੀ ਹੈ ਨਾ। ਭਗਤ ਕਬੀਰ ਸਾਹਿਬ ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਵੀ ਜੇ ਤੇ ਏਦਾਂ ਵੀ ਫਿਰ ਤੇ ਮੇਰੇ ਜੁੜੇ ਹੱਥ ਭਾਈ, ਤੁਸੀਂ ਵਾਕਈ ਉੱਚ ਜਾਤੀ ਦੇ ਹੋ। ਤੇ ਜੇ ਤੁਹਾਡੀਆਂ ਨਸਾਂ ਵਿੱਚ ਵੀ ਲਹੂ ਤੇ ਮੇਰੀਆਂ ਵਿੱਚ ਵੀ ਲਹੂ, ਜਾਂ ਮੇਰੀਆਂ ਵਿੱਚ ਦੁੱਧ ਹੋਵੇ, ਮੈਂ ਤਾਂ ਮੰਨ ਲਾਂ ਵੀ ਰੱਬ ਨੇ ਮੈਨੂੰ ਵੱਖਰਾ ਬਣਾਇਆ, ਮੈਂ ਨੀਵਾਂ ਕਿਉਂਕਿ ਤਾਂ ਕਰਕੇ ਰੱਬ ਨੇ ਮੇਰੀਆਂ ਨਸਾਂ 'ਚ ਦੁੱਧ ਪਾਤਾ। ਵੀ ਤੁਹਾਡੀਆਂ ਨਾੜਾਂ ਵਿੱਚ ਵੀ ਸਰੀਰ ਵਿੱਚ ਲਹੂ ਚੱਲ ਰਿਹਾ, ਮੇਰਿਆਂ ਵਿੱਚ ਵੀ ਲਹੂ ਚੱਲ, ਵੀ ਫਰਕ ਤੇ ਫਿਰ ਕੀ ਹੋਇਆ। ਇਸ ਲਈ ਭਗਤ ਜੀ ਕਹਿੰਦੇ ਵੀ ਆਪਾਂ ਤੇ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਹਾਂ ਤੁਸੀਂ ਮੰਨਦੇ ਹੋ, ਤੁਹਾਡੀ ਜਿਹੜੀ ਹੈ ਤੁਹਾਨੂੰ ਮੁਬਾਰਕਬਾਦ ਹੈ, ਪਰ ਰੱਬ ਜੀ ਨੇ ਇਹ ਵਰਨ ਵੰਡ ਜਿਹੜਾ ਨਾ ਸਮਾਜ ਵਿੱਚ ਪੈਦਾ ਕੀਤਾ ਤੇ ਨਾ ਹੀ ਬਣਾਇਆ। ਇਨਸਾਨੀ ਬਣਾਈ ਵਰਨ ਵੰਡ, ਇਨਸਾਨ ਹੀ ਪੈਦਾ ਕਰਕੇ ਇਹਨਾਂ ਵਰਨ ਵੰਡਾਂ ਦੇ ਆਧਾਰ ਤੇ ਇਨਸਾਨ ਲੜੀ ਤੇ ਝਗੜੀ ਜਾਂਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਅੱਜ ਕਹਿੰਦੇ ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਸਾਰਿਆਂ ਨੂੰ ਆਸਰਾ ਆਧਾਰ ਉਸੇ ਦਾ। ਆਪੋ ਜੇ ਕੋ ਭਲਾ ਕਹਾਏ, ਜੇ ਕੋਈ ਆਪਣੇ ਆਪ ਨੂੰ ਭਲਾ ਕਹਾਉਣਾ ਚਾਹੁੰਦਾ ਹੈ, ਉਹਦੇ ਲਈ ਨਾਨਕ ਤਾਂ ਪਰ ਜਾਪੈ। ਹੇ ਨਾਨਕ ਜੀਓ, ਭਲੇ ਹੋਣ ਦਾ ਪਤਾ ਤੇ ਉਦੋਂ ਲੱਗਦਾ ਜੇ ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀ ਵੱਲੋਂ ਇੱਜ਼ਤ ਦਿੱਤੀ ਜਾਵੇ। ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਜੇ ਰੱਬ ਜੀ ਇੱਜ਼ਤ ਤੇ ਮਾਣ ਦੇਣ ਨਾ, ਜਾਂ ਤੇਰੇ ਕੀਤੇ ਕਰਮਾਂ ਦੇ ਆਧਾਰ ਤੇ ਤੈਨੂੰ ਇੱਜ਼ਤ ਤੇ ਮਾਣ ਮਿਲੇ, ਸੱਜਣਾ ਭਲਾ ਤੇ ਤਾਂ ਹੈ, ਤਾਂ ਉੱਚਾ ਹੈ, ਤਾਂ ਤੂੰ ਚੰਗਾ ਹੈ। ਤੇ ਜੇ ਤੂੰ
ਆਪਣੇ ਕਰਮਾਂ ਦੇ ਆਧਾਰ ਤੇ ਇੱਜ਼ਤ ਨਾ ਹਾਸਲ ਕਰ ਸਕਿਆ, ਨਾ ਤੂੰ ਚੰਗਾ ਤੇ ਨਾ ਭਲਾ ਤੇ ਨਾ ਉੱਚਾ। ਗੱਲ ਤੇ ਸਿਰਫ ਜ਼ਾਤ ਦੀ ਕੁੱਲ ਦੀ ਉਦੋਂ ਆਣ ਬਣਦੀ ਜਦੋਂ ਜੀਵ ਆਪਣੇ ਕੀਤੇ ਕਰਮਾਂ ਦੇ ਆਧਾਰ ਤੇ ਇੱਜ਼ਤ ਕਮਾਉਂਦਾ ਹੈ। ਤੇ ਜਿਹੜਾ ਇੱਜ਼ਤ ਕਮਾ ਲੇ ਉਹਦੀ ਜ਼ਾਤ ਵੀ ਚੰਗੀ ਤੇ ਉਹਦੀ ਕੁੱਲ ਵੀ ਚੰਗੀ, ਉਹਦੀ ਪੱਤ ਵੀ ਚੰਗੀ। ਬਾਤ ਸਿਰਫ ਇਹ ਹੈ, ਰੱਬ ਨੇ ਵਿਤਕਰਾ ਨਹੀਂ ਪਾਇਆ, ਇਨਸਾਨੀ ਵਿਤਕਰੇ ਨੇ। ਔਰ ਇਨਸਾਨੀ ਵਿਤਕਰੇ ਪਾਏ ਹੋਏ ਇਨਸਾਨ ਲਈ ਝਗੜੇ ਦਾ ਕਾਰਨ ਮੂਲ ਬਣੇ ਹੋਏ। ਕਿਤੇ ਇਹਨਾਂ ਕਾਰਨਾਂ ਤੋਂ ਅਸੀਂ ਉੱਪਰ ਉੱਠ ਕੇ ਇਨਸਾਨ ਹੋਣ ਦੇ ਨਾਤੇ ਇੱਕ ਇਨਸਾਨ ਦੂਜੇ ਇਨਸਾਨ ਨੂੰ ਉਸੇ ਨਜ਼ਰੀਏ ਨਾਲ ਵੇਖੇ ਜਿਹੜਾ ਕਿ ਉਹ ਆਪਣੇ ਲਈ ਨਜ਼ਰੀਆ ਚਾਹੁੰਦਾ ਹੈ, ਤਾਂ ਜੋ ਸਮਾਜ ਵਿੱਚ ਜਿਹੜਾ ਆਜ਼ਾਤ ਪਾਤ ਦਾ ਕੋਹੜ ਹੈ ਇਹਨੂੰ ਅਸੀਂ ਖਤਮ ਕਰ ਸਕੀਏ ਤੇ ਇਹਦੇ ਤੋਂ ਉੱਪਰ ਉੱਠ ਕੇ ਇੱਕ ਸੋਹਣਾ ਸਮਾਜ ਅਸੀਂ ਸਿਰਜ ਸਕੀਏ ਜਿਹਦੇ ਵਿੱਚ ਸਾਰੇ ਇਨਸਾਨ ਹੋਣ, ਮਨੁੱਖ ਹੋਣ ਤੇ ਇੱਕੋ ਜ਼ਾਤੀ ਮਨੁੱਖਾ ਜ਼ਾਤੀ ਹੋਵੇ। ਕੋਈ ਦੂਜੀ ਜ਼ਾਤ, ਕੋਈ ਦੂਜੀ ਪੱਤ ਨਹੀਂ ਜਿਹੜੀ ਇਨਸਾਨ ਨੇ ਬਣਾਈ, ਸਿਰਫ ਉਹ ਜਿਹੜੀ ਜ਼ਾਤ ਰੱਬ ਨੇ ਬਣਾਈ ਹੈ। ਇਸ ਸਮਾਜ ਵਿੱਚ ਕੇਵਲ ਉਹ ਜ਼ਾਤ ਹੋਵੇ। ਮਹੱਲਾ ਦੂਜਾ। ਜਿਸ ਪਿਆਰੇ ਸਿਉ ਨੇਹ, ਤਿਸ ਆਗੇ ਮਰ ਚਲੀਐ। ਤ੍ਰਿਗ ਜੀਵਨ ਸੰਸਾਰ, ਤਾਂ ਕੈ ਪਾਛੈ ਜੀਵਣਾ। ਫਿਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਸ਼ਲੋਕ। ਜਿਸ ਪਿਆਰੇ ਸਿਉ ਨੇਹ, ਬੜਾ ਕਠਿਨ ਹੈ ਕਿ ਜਿਹਦੇ ਨਾਲ ਸਾਡਾ ਨੇਹ ਹੋਵੇ ਉਹਦੇ ਪ੍ਰਤੀ ਵਫਾਦਾਰ ਹੋਣਾ। ਇਹਦੇ ਨਾਲ ਨਾ, ਇਸ ਸ਼ਲੋਕ ਨਾਲ ਇੱਕ ਰੀਤ ਵੀ ਪ੍ਰਚਲਿਤ ਹੈ, ਇੱਕ ਸਾਖੀ ਪ੍ਰਚਲਿਤ ਹੈ, ਜਿਹੜੀ ਕਿਸੇ ਪ੍ਰਕਾਰ ਵੀ ਅਸੀਂ ਕਹਿ ਸਿਰਫ ਇੱਕ ਮਿੱਥੀ ਹੋਈ ਮਿੱਥ ਹੈ। ਵੀ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਖਿਆ ਵੀ ਜਿਸ ਪਿਆਰੇ ਨਾਲ ਨੇਹ ਹੋਵੇ ਨਾ ਉਹਦੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ। ਇਹ ਨਹੀਂ ਹੈ, ਇਹਦਾ ਅਰਥ ਇਸ ਪ੍ਰਕਾਰ ਨਹੀਂ ਹੈ, ਸਿਰਫ ਇੱਕ ਮਿੱਥ ਬਣਾ ਲਈ ਗਈ। ਕਿਉਂਕਿ ਇੱਕ ਖਿਆਲ ਰੱਖਿਓ, ਗੁਰਬਾਣੀ ਉਚਾਰਨ ਦਾ ਹੱਕ ਉਦੋਂ ਮਿਲਦਾ ਜਦੋਂ ਗੁਰਤਾ ਗੱਦੀ ਦੀ ਦਾਤ ਮਿਲਦੀ ਹੈ, ਉਦੋਂ ਬਾਅਦ ਵਿੱਚ, ਉਦੋਂ ਪਹਿਲਾਂ ਨਹੀਂ। ਗੁਰਬਾਣੀ ਉਚਾਰਨ ਦਾ ਹੱਕ ਉਦੋਂ ਮਿਲਦਾ ਜਦੋਂ ਉਹ ਜੋਤ ਅੰਦਰ ਟਿਕਦੀ ਹੈ। ਜਿੰਨਾ ਚਿਰ ਜੋਤ ਨਹੀਂ ਅੰਦਰ, ਉਹਨਾਂ ਚਿਰ ਨਾਨਕ ਪਦ ਵਰਤਨ ਦਾ ਹੱਕ ਨਹੀਂ। ਨਹੀਂ ਤੇ ਫਿਰ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਵੀ ਤੇ ਵਰਤੀ ਜਾਂਦਾ ਹੈ, ਉਹ ਵੀ ਨਾਨਕ ਪਦ ਵਰਤ ਕੇ ਬੜਾ ਕੁਛ ਲਿਖ ਗਿਆ ਉਹ ਵੀ, ਪਰ ਉਹ ਪ੍ਰਵਾਨਿਆ ਨਹੀਂ ਗਿਆ। ਜੇ ਉਹ ਨਹੀਂ ਪ੍ਰਵਾਨਿਆ ਗਿਆ ਤੇ ਗੁਰੂ ਪਦ ਹਾਸਲ ਕਰਨ ਤੋਂ ਪਹਿਲਾਂ ਉਚਾਰੇ ਬੋਲ ਪ੍ਰਵਾਨੇ ਨਹੀਂ ਜਾਣੇ। ਹੁਣ ਖਿਆਲ ਰੱਖਿਓ, ਇੱਥੇ ਜਿਹੜਾ ਜ਼ਿਕਰ ਕੀਤਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਕਹਿੰਦੇ ਜਿਸ ਪਿਆਰੇ ਸਿਉ ਨੇਹ, ਇਹ ਤੇ ਸਿੱਧਾ ਸਪਸ਼ਟ ਹੈ ਵੀ ਜਿਸ ਪਿਆਰੇ ਦੇ ਨਾਲ ਨੇਹ ਹੈ, ਪ੍ਰੇਮ ਹੈ, ਜਿਸ ਪ੍ਰੀਤਮ ਨਾਲ ਪਿਆਰ ਹੈ, ਤਿਸ ਆਗੇ ਮਰ ਚੱਲੀਏ। ਆਗਿਆ ਤੋਂ ਭਾਵ ਉਹਦੇ ਅੱਗੇ ਉਹਨੂੰ ਸਮਰਪਿਤ ਹੋ ਜਾਣਾ, ਵੀ ਆਪਣਾ ਆਪਾ ਉਹਦੇ ਅੱਗੇ ਰੱਖ ਦੇਣਾ, ਉਹਦੇ ਹਰ ਹੁਕਮ ਦਾ ਵੱਜ ਜਾਣਾ ਵੀ ਮੈਂ ਆਪਾ ਕੁਰਬਾਨ ਕਰਤਾ, ਹੁਣ ਸਿਰਫ ਉਡੀਕ ਤੁਹਾਡੇ ਹੁਕਮ ਦੀ ਹੈ। ਮੈਂ ਤੁਹਾਡੇ ਅੱਗੇ ਤਤ ਭਰਿਆ, ਤੁਹਾਡੇ ਅੱਗੇ ਤੁਹਾਡਾ ਹਰ ਹੁਕਮ ਮੰਨਣ ਲਈ ਤਤ ਭਰਿਆ, ਤੁਹਾਡੇ ਅੱਗੇ ਮੈਂ ਆਪਾ ਸਮਰਪਿਤ ਕਰਤਾ। ਜੇ ਮੇਰੇ ਪਿਆਰੇ ਜੀ ਤੁਸੀਂ ਇਹ ਆਖੋਗੇ ਨਾ ਹੁਣ ਜਾਣ ਚਾਹੀਦੀ ਹੈ, ਤੇ ਜ਼ੁਬਾਨ ਨਾ ਨਹੀਂ ਕਰੇਗੀ। ਆਗੇ ਮਰ ਚੱਲੀ ਹੈ ਤੋਂ ਭਾਵ ਆਹੀ ਸੀ ਨਾ, ਆਗੇ ਮਰ ਚੱਲੀ ਹੈ। ਭਾਈ ਲਹਿਣਾ ਜੀ ਆ ਲੋਟਾ ਚਿੱਕੜ ਵਿੱਚ ਡਿੱਗ ਪਿਆ, ਚੁੱਕਣਾ ਹੈ, ਤੇ ਭਾਈ ਲਹਿਣੇ ਨੇ ਕਿਹਾ ਵੀ ਨਹੀਂ, ਤੇ ਸਾਗੇ ਮਰ ਚੱਲੀ ਹੈ। ਭਾਈ ਲਹਿਣਾ ਜੀ ਆ ਧਰਮਸ਼ਾਲਾ ਚ ਚੂਹੀ ਮਰ ਗਈ, ਇਹ ਚੁੱਕ ਕੇ ਸੁੱਟ ਆਓ। ਬਾਬੇ ਨੇ ਇੱਕ ਵਾਰੀ ਨਹੀਂ ਕਿਹਾ ਵੀ ਨਹੀਂ ਗੁਰੂ ਸਾਹਿਬ ਜੀ, ਪਿਆਰੇ ਦੇ
हर हुक्म दे प्रति वफादार होना आज तिस आगे मर चली है। भाई लैणा जी पंड ते मैं लई बन इउं करो हुण सिर ते चुक के ते घर नूं छड्ड आओ। ते भाई लैणे ने एक वारी ना ते कपड़ियां वल वेखिया ना सिर ते बन्नी दस्तार वल वेखिया, बस ये सी प्यारे दा हुक्म है ते मेरा फर्ज है उहदे प्रति वफादार होना, उस हुक्म दे उत्ते चलना। गुरु नानक साहब जी मैं लै जाना 7 वचन, एक वारी भी सवाल नहीं। तो असीं कहण नूं ते असीं भी कवांगे भी असीं भी अपने प्यारे नाल बहुत प्यार करते हैं। जे साडा साडे प्यारे नाल प्रीतम नाल इन्ना प्यार है फिर लोक लज्जा दी परवाह क्यों? फिर असीं ये क्यों नहीं सोचते मेरा प्यारा की आखेगा, ये क्यों सोचते हाँ कि दुनिया की कहेगी। हुण भाई लैणे ने थोड़ी सोचा भी जे मैं चूही चुकांगा तो दुनिया की कहेगी। जे मैं चिक्कड़ विच छाल मार के लोटा कड्ढण चले गया तो दुनिया की आखेगी। जे मैं आ सिर ते पंड चिक्कड़ नाल भरी हुई आ घाह चुक लिया मेरे कपड़े गंदे हो जाने, दुनिया की आखेगी। भाई लैणे ये सोचा या भाई लैणा जी ने यह तो नहीं ना सोचा भी गुरु साहिब जी ने रात वेले कंध उसारन नूं कहता ते मैं कंध उसारन जावां मींह दे विच, दुनिया की कहेगी। नहीं, प्यारे दा हुक्म है उहदे अगे आपां कुर्बान है। ते असीं अपने प्यारे दे प्रति इन्ने वफादार क्यों नहीं कि साडा प्यारा कहंदा है लोक लज्जा छड्ड दे ते असीं फिर उत्थे ही फसे बैठे हां। जे आ काम ना कीता लोक की कहणगे, असीं यही सोची जाने। सतगुरु पातशाह कह रहे भी जिन्हों सौखे जे रूप च आपां कह ली, क्योंकि अक्सर जदों घरां दे विच असीं कोई फंक्शन रखदे आ ना सब तो पहलां लोक लाज सोची दी भी दुनिया की कहेगी, संसार की कहेगा। सतगुरु जी ने साडे प्यारे ने उपदेश दिता, जित पीतै मत दूर होए बरल पवै विच आए, अपना पराया ना पछाणी खसमों धक्के खाए। ते असीं कहने जी साडा ते फंक्शन ही इदू बिना पूरा नहीं होना, ते जे असीं ना ये काम कीता दुनिया की कहेगी। इसलिए जी साडी मजबूरी है, असीं वो मजबूरी ना दे के ते काम खत्म करता कि दुनिया की आखेगी। सज्जना ये क्यों नहीं सोचा तेरा प्यारा की आखेगा। किते दुनिया दी लोक लाज रखदा रखदा अपने प्यारे वाले पासे तो पिठ ना करवा बैठी। जे किते उन्हें पिठ कर ली ना ते सज्जना दुनिया ने कदे उहदे सन्मुख नहीं कर सकना। दुनिया थोड़ी उहदे सन्मुख लै जाएगी। इहो कारण है कि बाबा कबीर साहब कहते कुछ करना पै जाए पर मेरे प्यारिया तू मेरे वाल पिठ ना करी। मैनू मरना भी पै गया ना मैं मर जाऊंगा पर तेरी पिठ नहीं सह होनी। आपां नूं लोक लज्जा दी कोई परवाह नहीं, आपां छड्डती सारी परवाह। बस इहो कर्म औखा है। ते धन गुरु अंगद साहब कहते जिस प्यारे स्यों ने तिस अगे मर चली है, उहदे अगे आपां समर्पित इस ढंग नाल कर भी मैं सब कुछ कुर्बान करदा। क्योंकि ये गल किते असीं समझ सकीए त्रिग जीवन संसार उहदे हुक्म तो बिना रहना, उहदे वल पिठ करके जिउणा या उहदी पिठ साडे वल हो जानी ते उहनूं वेख वेख के जिउणा। उहदी पिठ जदों साडे वल उहने सानू बेमुख ही करता जदों ते बेमुख हो गए। गुरु अंगद साहब कहते त्रिग है तेरा ऐसा जिउणा ताके पाछे जीवना। तू ओहदे हुक्म तो बाहर हो के अपनी जिंदगी लवें बचा ते तेरी जिंदगी किस लेखे। उन्हें हुक्म किया भी आपां कुर्बान कर दे, तेरा फर्ज बनता सी तू कुर्बान कर जाता, वार जाता, कोई गल नहीं, मरना प्रवान है पर
तेरे तो बेमुख होना परवान नहीं, तेरा थोड़ा जीवन भी लेखे विच सी, फकर वाला सी, मान वाला सी, पर ਉਹਨੇ ਕਿਹਾ ਆਪਾ ਵਾਰ ਜਾ, ਮੈਂ ਕਿਹਾ ਜੀ ਨਹੀਂ ਮੈਂ ਤੇ ਭੱਜ ਚੱਲਿਆ, ਤੇ ਬਹੁਤੀ ਲੰਮੀ ਜ਼ਿੰਦਗੀ ਕੀ ਬਣ ਜਾਏਗੀ? ਤ੍ਰਿਗ ਜੀਵਨ ਸੰਸਾਰ। ਫਟਕਾਰਯੋਗ ਹੈ ਐਸਾ ਜਿਉਣਾ ਜਿਹੜਾ ਉਹਦੇ ਹੁਕਮ ਤੋਂ ਆਕੀ ਹੋ ਕੇ ਜਿਉਣਾ ਪਵੇ, ਉਹਦੇ ਹੁਕਮ ਅੱਗੇ ਨਮਸਕਾਰ ਕਰਦੇ ਆ, ਉਹਦੇ ਹੁਕਮ ਅੱਗੇ ਨਿਵ ਕੇ ਜਿਉਣਾ, ਨਿਵ ਕੇ ਮਰ ਜਾਣਾ ਵੀ ਪ੍ਰਵਾਨ ਹੈ। ਪਰ ਉਹਦੇ ਜਿੰਨਾ ਆਪਾਂ ਸਿੱਖ ਇਤਿਹਾਸ ਪੜ੍ਹਦੇ ਸਾਰਿਆਂ ਨੂੰ ਇਹ ਕਹੇ ਛੱਡ ਦਿਓ ਸਿੱਖੀ, ਗੁਰੂ ਆਸ਼ੇ ਤੋਂ ਮੁੱਖ ਮੋੜ ਜਾਓ, ਗੁਰਮਤ ਛੱਡ ਦਿਓ, ਬਸ ਇੱਕ ਵਾਰੀ ਕਹਿ ਦਿਓ ਅਸੀਂ ਸਿੱਖ ਨਹੀਂ ਆ, ਤੁਹਾਡੀਆਂ ਜ਼ਿੰਦਗੀਆਂ ਬਖਸ਼ ਦਿਆਂਗੇ। ਉਹ ਵੀ ਨਹੀਂ। ਜੇ ਤੇ ਸੱਜਣਾ ਇਹ ਕਹਿਣ ਨਾਲ ਮੌਤ ਨਹੀਂ ਆਉਣੀ ਤੇ ਫਿਰ ਤੇ ਅਸੀਂ ਦਿੰਨੇ ਆ ਕਹਿ ਵੀ ਅਸੀਂ ਸਿੱਖ ਨਹੀਂ ਆ, ਅਸੀਂ ਮੁੱਖ ਮੋੜ ਲੈਨੇ। ਪਰ ਜੇ ਇਹ ਕਹਿਣ ਦੇ ਬਾਵਜੂਦ ਵੀ ਮੌਤ ਆਉਣੀ ਹੈ ਤੇ ਫਿਰ ਅਸੀਂ ਬੇਮੁਖ ਹੋ ਕੇ ਕਿਉਂ ਮਰੀਏ? ਅਸੀਂ ਬੇਮੁਖਤਾਈ ਵਾਲੀ ਮੌਤ ਕਿਉਂ ਮਰੀਏ? ਅਸੀਂ ਸਨਮੁਖ ਹੋ ਕੇ ਅੱਜ ਮਰਨਾ ਪ੍ਰਵਾਨ ਕਰਦੇ ਆ, ਬੇਮੁਖ ਹੋ ਕੇ ਅੱਜ ਤੋਂ 4 ਦਿਨ 10 ਦਿਨ 10 ਸਾਲਾਂ ਬਾਅਦ ਮਰਨਾ ਸਾਨੂੰ ਪ੍ਰਵਾਨ ਨਹੀਂ। ਤੇ ਸਾਗੇ ਮਰ ਚੱਲੀਏ, ਕਿਉਂਕਿ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਪੌੜੀ ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਏ ਦੀਵੇ, 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ। ਫਿਰ ਅਕਾਲ ਪੁਰਖ ਪਰਮੇਸ਼ਵਰ ਜੀ ਵੱਲੋਂ ਹੁਣ ਜਿਹੜੀ ਸਮਾਜ ਦੀ ਸਿਰਜਣਾ, ਇਹਦੇ ਚ ਉਹਨੇ ਕੋਈ ਵਿਤਕਰਾ ਨਹੀਂ, ਸਾਰਿਆਂ ਲਈ ਬਰਾਬਰਤਾ, ਸਭਨਾਂ ਲਈ। ਤੁਧ ਆਪੇ ਧਰਤੀ ਸਾਜੀ ਹੈ, ਕਿਉਂਕਿ ਪਹਿਲੋਂ ਜਿਹੜਾ ਸ਼ਲੋਕ ਆਪਾਂ ਪੜ੍ਹ ਕੇ ਆਏ ਆ ਉਹਨਾਂ ਦੇ ਵਿੱਚ ਫੱਕੜ ਜਾਤੀ ਫੱਕੜ ਨਾਉ ਦਾ ਪੱਖ ਇਹੋ ਸੀ ਨਾ ਵੀ ਰੱਬ ਨੇ ਵਿਤਕਰਾ ਨਹੀਂ ਰੱਖਿਆ, ਮਨੁੱਖ ਦੀ ਬਣਾਈ ਵਰਨ ਵੰਡ ਫਜ਼ੂਲ ਹੈ। ਉਹਨੇ ਧਰਤੀ ਸਾਜਣ ਲੱਗਿਆਂ ਇਹ ਨਹੀਂ ਕਿਹਾ ਵੀ ਆਹ ਹਿੱਸਾ ਨੀਵੇਂ ਲੋਕਾਂ ਦਾ ਤੇ ਆਹ ਹਿੱਸਾ ਉੱਚੇ ਲੋਕਾਂ ਦਾ, ਆਹ ਚੰਦਰਮਾ ਨੀਵੇਂ ਲੋਕਾਂ ਦਾ, ਆਹ ਦੂਜਾ ਚੰਦਰਮਾ ਚੜ੍ਹੇਗਾ ਉੱਚੇ ਲੋਕਾਂ ਦਾ। ਤੇ ਉਹਨੇ ਇਹ ਨਹੀਂ ਕਿਹਾ ਕਿ ਇੱਕ ਸੂਰਜ ਉੱਚੀ ਜਾਤੀ ਵਾਲਿਆਂ ਨੂੰ ਚਾਨਣ ਦੇਗਾ ਤੇ ਜਿਹੜੇ ਨੀਵੀਂ ਜਾਤੀ ਵਾਲੇ ਨੇ ਸੂਰਜ ਉਹਨਾਂ ਲਈ ਹਨੇਰਾ ਲੈ ਕੇ ਆਏਗਾ। ਨਹੀਂ, ਉਹਨੇ ਇੱਕੋ ਜਿਹਾ ਸਾਰਿਆਂ ਲਈ। ਤੁਧ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੋਏ ਦੀਵੇ, ਸਾਰਿਆਂ ਲਈ। ਰੱਬ ਜੀਓ ਆਪੇ ਹੀ ਤੁਸੀਂ ਧਰਤੀ ਦੀ ਸਿਰਜਣਾ ਕੀਤੀ, ਆਪੇ ਹੀ ਚੰਦਰਮਾ ਵੀ ਸਾਜਿਆ ਤੇ ਆਪੇ ਹੀ ਸੂਰਜ ਰੂਪੀ ਦੀਵਾ ਵੀ ਤੁਸੀਂ ਆਪ ਹੀ ਬਣਾਇਆ ਹੈ। ਸਾਰਿਆਂ ਲਈ ਸਾਂਝਾ ਹੈ। ਸੂਰਜ ਨੇ ਸਾਰਿਆਂ ਨੂੰ ਤਪਸ਼ ਦੇਣੀ, ਸਾਰਿਆਂ ਨੂੰ ਚਾਨਣ ਦੇਣਾ। ਚੰਦਰਮਾ ਨੇ ਸਾਰਿਆਂ ਨੂੰ ਠੰਡਕ ਦੇਣੀ ਹੈ, ਸਾਰਿਆਂ ਨੂੰ ਰੌਸ਼ਨੀ ਦੇਣੀ। ਵਿਤਕਰਾ ਕੋਈ ਨਹੀਂ। ਇਹ ਨਹੀਂ ਵੀ ਇੱਕ ਬੰਦੇ ਨੂੰ ਚੰਦਰਮਾ ਅੱਧਾ ਦਿਸੇਗਾ ਤੇ ਦੂਜਾ ਕਹੇਗਾ ਅੱਜ ਤੇ ਪੂਰਾ ਹੀ ਦਿਸ ਰਿਹਾ। ਨਹੀਂ, ਜੇ ਅੱਧਾ ਹੈ ਤੇ ਅੱਧਾ ਹੀ ਦਿਸਣਾ ਸਾਰਿਆਂ ਨੂੰ। ਤੇ ਇਹ ਨਹੀਂ ਕਿ ਕਈਆਂ ਨੂੰ ਜਾ ਕੇ ਚੰਦਰਮਾ ਅੱਗ ਤਪਸ਼ ਦੇਏਗਾ ਤੇ ਅੱਧਿਆਂ ਨੂੰ ਜਾ ਕੇ ਠੰਡਕ ਦੇਏਗਾ, ਤੇ ਸੂਰਜ ਅੱਧਿਆਂ ਨੂੰ ਜਾ ਕੇ ਤਪਸ਼ ਦੇਏਗਾ ਤੇ ਅੱਧਿਆਂ ਨੂੰ ਜਾ ਕੇ ਠੰਡਕ। ਨਹੀਂ, ਸਭਨਾਂ ਲਈ ਨਿਯਮ ਇੱਕੋ, ਰੱਬ ਜੀ ਦਾ ਬਣਾਇਆ। ਉਹਨੇ ਕੋਈ ਦੇਖੋ, ਉਹਨੇ ਮਨੁੱਖ ਜਾਤੀ ਲਈ ਨਹੀਂ, ਜੇ ਬਾਕੀ ਪ੍ਰਜਾਤੀਆਂ ਦੀ ਵੀ ਗੱਲ ਕਰਾਂਗੇ ਤੇ ਉਹਨਾਂ ਲਈ ਵੀ ਸੂਰਜ ਚੰਦਰਮਾ ਤੇ ਧਰਤੀ ਦਾ ਨਿਯਮ ਇੱਕੋ ਹੀ ਹੈ। ਵਿਤਕਰਾ ਕਿੱਥੇ ਉਹਨੇ ਰੱਖਿਆ? ਫਿਰ ਸਾਹਿਬ ਕਹਿੰਦੇ 10 4 ਹੱਟ ਤੁਧ ਸਾਜਿਆ। 14 ਭਵਨ ਜਿਹੜੇ ਬਣਾਏ ਗਏ ਨੇ ਉਹ ਵੀ ਸਾਰਿਆਂ ਦੇ ਲਈ ਇੱਕੋ ਨੇ, ਕਿਸੇ ਲਈ ਵੱਖਰੇ ਨਹੀਂ। ਸਭਨਾਂ ਲਈ ਉਹਨੇ ਬਰਾਬਰਤਾ ਰੱਖਦਿਆਂ ਹੋਇਆਂ ਸਾਰੇ ਦੇ ਸਾਰੇ 14 ਭਵਨ ਹੱਟ ਰੂਪ ਸਾਜੇ। ਤੇ ਇੱਥੇ ਹਰ ਜੀਵ ਕੀ ਕਰਨ ਆਇਆ? ਵਪਾਰ ਕਰੀਵੇ। ਹਰ ਜੀਵ ਆਪਣੇ ਸਵਾਸਾਂ ਦੀ ਪੂੰਜੀ ਲੈ ਕੇ ਇਸ ਭਵਨਾਂ ਦੇ ਉੱਤੇ ਵਪਾਰ ਕਰਨ ਵਾਸਤੇ ਆਇਆ। ਇਹ ਨਹੀਂ ਕਿ ਉੱਚ ਜਾਤੀ ਵਾਲਾ ਆਖੇ ਮੈਂ ਵਪਾਰ ਕਰਨ ਆਇਆ ਤੇ ਨੀਵੀਂ ਜਾਤੀ ਵਾਲੇ ਨੂੰ ਇਹ ਕਿਹਾ ਜਾਵੇ ਤੈਨੂੰ ਕੀ ਪਤਾ ਵਪਾਰ ਕੀ ਹੁੰਦਾ ਹੈ, ਤੂੰ ਸਵਾਸਾਂ ਦੀ ਪੂੰਜੀ ਵਪਾਰ ਕਰਨ ਲਈ ਨਹੀਂ ਲੈ ਕੇ ਆਇਆ।
ਹਰ ਬੰਦਾ ਇੱਥੇ ਜਿਹੜਾ ਵੀ ਆਇਆ ਸਮਾਜ ਉੱਤੇ ਉਹ ਸਵਾਸਾਂ ਰੂਪੀ ਪੂੰਜੀ ਲੈ ਕੇ ਇਸ 14 ਭਵਨ ਰੂਪੀ ਹੱਟ ਜਿਹੜੀ ਹੈ ਇਹਨਾਂ ਹੱਟਾਂ ਦੇ ਉੱਤੇ ਉਹ ਵਪਾਰ ਕਰਨ ਹੀ ਆਇਆ ਹੈ। ਇਕ ਨਾਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ, ਤਿਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ। ਇਕ ਨਾਨੋ ਹਰ ਲਾਭ ਦੇ, ਕਈਆਂ ਨੂੰ ਫਿਰ ਇਸ ਹੱਟੀਆਂ ਵਿੱਚੋਂ ਲਾਭ ਮਿਲਦਾ, ਇਸ ਹੱਟ ਤੋਂ ਜਿੰਨੇ ਵਪਾਰ ਕੀਤਾ ਉਹਨੂੰ ਲਾਭ ਮਿਲੇਗਾ ਹੀ ਮਿਲੇਗਾ, ਤੇ ਜਿਹੜਾ ਵਪਾਰ ਨਾ ਕਰ ਸਕਿਆ ਉਹਨੂੰ ਘਾਟਾ ਪੈਣੋਂ ਕੋਈ ਨਹੀਂ ਬਚਾ ਸਕਦਾ। ਹੁਣ ਲੱਖ ਬੰਦਾ ਕਵੇ ਮੇਰੇ ਕੋਲ ਤੇ ਵਿਰਾਸਤ ਪਈ ਹੈ, ਸੱਜਣਾ ਵਿਰਾਸਤ ਵੀ ਸਾਂਭਣੀ ਪੈਂਦੀ ਹੈ, ਨਾ ਸਾਂਭੀਏ ਤੇ ਉਹ ਵੀ ਚਲੀ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਵਿਰਾਸਤ ਵਿੱਚ ਮਿਲੀਆਂ ਹੋਈਆਂ ਵਸਤੂਆਂ ਵੀ ਸਾਂਭਣੀਆਂ ਪੈਂਦੀਆਂ ਨੇ, ਜੇ ਉਹਨਾਂ ਨੂੰ ਨਾ ਸੰਭਾਲੀਏ ਇੱਕ ਦਿਨ ਆਉਂਦਾ ਵਿਰਾਸਤ ਵੀ ਮੁੱਕ ਜਾਂਦੀ ਹੈ। ਤੇ ਜੇ ਵਿਰਾਸਤ ਨਾ ਵੀ ਹੋਵੇ, ਜੇ ਕਿਤੇ ਸਾਂਭਣ ਲੱਗ ਜਾਈਏ ਤੇ ਵਿਰਾਸਤ ਬਣ ਜਾਂਦੀ ਹੈ। ਸੱਜਣਾ ਸਵਾਸਾਂ ਰੂਪੀ ਪੂੰਜੀ ਹੈ, ਵਪਾਰ ਕਰੇਗਾ ਤੇ ਲਾਭ ਮਿਲੇਗਾ, ਨਾ ਕਰੇਗਾ ਤੇ ਇਹ ਵੀ ਚਲੀ ਜਾਣੀ ਹੈ। ਕਈ ਇੱਕ ਨਾ ਨੌ, ਕਈਆਂ ਨੂੰ ਹਰ ਲਾਭ ਦੇ, ਲਾਭ ਮਿਲਦਾ, ਪ੍ਰੋਫਿਟ ਮਿਲਦਾ। ਕਿੰਨਾਂ ਨੂੰ? ਜੋ ਗੁਰਮੁਖ ਥੀਵੇ, ਜਿਹੜੇ ਗੁਰੂ ਦੇ ਰਾਹੀਂ ਵਪਾਰ ਕਰਨਾ ਸਿੱਖ ਲੈਂਦੇ ਨੇ, ਜਿਹੜੇ ਗੁਰੂ ਦੇ ਰਾਹੀਂ ਵਪਾਰ ਕਰਨ ਲੱਗ ਜਾਂਦੇ ਨੇ, ਜਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਆਪਣੇ ਸਵਾਸਾਂ ਦੀ ਪੂੰਜੀ ਵਿੱਚੋਂ ਇੱਕ ਇੱਕ ਰੁਪਈਆ, ਇੱਕ ਇੱਕ ਸਾਹ ਜਿਨ੍ਹਾਂ ਨੇ ਵਪਾਰ ਵਿੱਚ ਲਾਇਆ, ਉਹਨਾਂ ਦਾ ਲੱਗਾ ਇੱਕ ਇੱਕ ਸਵਾਸ ਕੀ ਦਿੰਦਾ ਹੈ? ਲਾਭ। ਤੇ ਦੂਜੇ ਪਾਸੇ ਜਿਹੜੇ ਨਾ ਲੈਣ, ਵਪਾਰ ਨਾ ਕਰਨ, ਹੁਣ ਇਹ ਤੇ ਨਹੀਂ ਹੈ ਕਿ ਅਸੀਂ ਵਪਾਰ ਨਾ ਕਰੀਏ ਤੇ ਸਾਡੇ ਪੈਸੇ ਬਚੇ ਰਹਿਣਗੇ। ਇਹ ਉਹ ਪੂੰਜੀ ਹੈ ਜਿਹਨੇ ਨਿਤਾ ਪ੍ਰਤੀ ਖਰਚੀ ਜਾਣਾ, ਨਿਤਾ ਪ੍ਰਤੀ। ਕੋਈ ਵਪਾਰ ਕਰੇ ਤੇ ਭਾਵੇਂ ਨਾ ਕਰੇ, ਸਵਾਸਾਂ ਨੇ ਰੁਕਣਾ ਨਹੀਂ। ਇਹ ਉਹ ਪੂੰਜੀ ਹੈ ਜਿਹੜੀ ਹੱਥ ਵਿੱਚ ਟੇਕਣ ਵਾਲੀ ਨਹੀਂ, ਇਹਨੇ ਜਾਣਾ ਹੀ ਜਾਣਾ ਹੈ। ਜਿਹੜਾ ਵਪਾਰ ਕਰੀ ਜਾਏਗਾ ਉਹਦੀ ਪੂੰਜੀ ਸਫਲ ਹੁੰਦੀ ਜਾਏਗੀ, ਜਿਹੜਾ ਨਾ ਕਰੇਗਾ ਉਹਦੀ ਇਹੋ ਪੂੰਜੀ ਵਿਅਰਥ ਹੁੰਦੀ ਜਾਏਗੀ, ਗਵਾਚਦੀ ਜਾਣੀ, ਮੁੱਕਦੀ ਜਾਣੀ, ਮੂਲ ਵੀ ਗਵਾਚਦਾ ਜਾਣਾ। ਤੇ ਜੇ ਵਪਾਰ ਕਰ ਲਈਏ ਫਿਰ ਇੱਕ ਇੱਕ ਸਵਾਸ, ਜਿਹਨੂੰ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੱਕ ਵੀ ਸਵਾਸ ਵਿਅਰਥ ਨਹੀਂ। ਤੇ ਦੂਜੇ ਪਾਸੇ ਮਾਇਆ ਮਨੋ ਨਾ ਵਿਸਰੇ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਾਮਾ। ਹੋ ਗਿਆ ਨਾ ਇੱਕ ਇੱਕ ਸਵਾਸ ਵਿਅਰਥ। ਇਸੇ ਕਰਕੇ ਸਾਹਿਬ ਕਹਿੰਦੇ ਚੇਤਨਾ ਖੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਇਹ ਫੁੱਟੇ ਹੋਏ ਘੜੇ ਵਿੱਚੋਂ ਸਵਾਸਾਂ ਰੂਪੀ ਪਾਣੀ ਸਿਮ ਰਿਹਾ, ਇੱਕ ਇੱਕ ਬੂੰਦ ਦਾ ਲਾਭ ਲੈ, ਕਿਤੇ ਵਿਅਰਥ ਨਾ ਜਾਵੇ, ਕਿਉਂਕਿ ਇਹ ਸਿਮਿਆ ਪਾਣੀ ਮੁੜ ਕੇ ਵਾਪਸ ਨਹੀਂ ਮਿਲਣਾ। ਹਾਂ, ਘੜੇ ਚੋਂ ਪਾਣੀ ਸਿਮ ਜਾਏ, ਚੱਕ ਕੇ ਬਾਲਟੀ ਹੋਰ ਪਾ ਲਾਂਗੇ ਵੀ ਲੈ ਭਰ ਦਿਆਂਗੇ, ਪਰ ਇਸ ਘੜੇ ਚੋਂ ਸਿਮਿਆ ਪਾਣੀ ਮੁੜ ਕੇ ਭਰਿਆ ਨਹੀਂ ਜਾਣਾ। ਇੱਕ ਇੱਕ ਬੂੰਦ ਮਤਲਬ ਇੱਕ ਇੱਕ ਸਵਾਸ ਲਾਹੇ ਦਾ ਹੈ, ਤੇ ਲਾਹਾ ਲੈ, ਕਿਤੇ ਇਹ ਨਾ ਹੋਵੇ ਕਿ ਤੂੰ ਆਇਆ ਤੇ ਲਾਭ ਖੱਟਣ ਵਾਸਤੇ ਸੈਂ, ਪਰ ਅਜਾਈ ਗਵਾ ਕੇ ਆਪਣੀ ਸਵਾਸਾਂ ਰੂਪੀ ਪੂੰਜੀ ਚਲਾ ਜਾਏ, ਤੇ ਖਾਲੀ ਹੱਥ ਝਾੜ ਕੇ ਜਦੋਂ ਜਾਵੇਂ ਤੇ ਉਦੋਂ ਮਸਤਕ ਉੱਤੇ ਪਛਤਾਵਾ ਹੋਵੇ, ਕਿਤੇ ਇਹ ਹਾਲਾਤ ਨਾ ਬਣ ਜਾਣ। ਇਸੇ ਕਰਕੇ ਸਾਹਿਬ ਨੇ ਸਾਨੂੰ ਸੁਚੇਤ ਕਰਦਿਆਂ ਸਮਝਾਇਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁੱਕਦੀ ਚੱਲੀ ਰਹਿਣ। ਆ ਤੇਰੀ ਸਵਾਸਾਂ ਦੀ ਪੂੰਜੀ ਮੁੱਕ ਰਹੀ ਹੈ, ਇਹਨੂੰ ਅਜਾਈ ਨਾ ਗਵਾ, ਇਹਦਾ ਲਾਭ ਲੈ। ਤੇ ਜਿਹੜੇ ਲਾਭ ਲੈ ਲੈਂਦੇ ਨੇ, ਜਿੰਨਾ ਵਪਾਰ ਕਰ ਲਿਆ, ਸੋਹਣਾ ਕਮਾਇਆ, ਉਹਨਾਂ ਨੂੰ ਡਰ ਹੁੰਦਾ, ਉਹਨਾਂ ਨੇ ਪਤਾ ਵੀ ਜੇ ਮੇਰਾ ਬਾਪੂ, ਮੇਰੀ ਮਾਂ
ਮੈਨੂੰ ਸਵਾਲ ਕਰਕੇ ਪੁੱਛ ਲੈਣ ਵੀ ਤੈਨੂੰ ਇੰਨਾ ਧਨ ਦਿੱਤਾ ਸੀ, ਕਿੱਥੇ ਹੈ? ਤੇ ਮੈਂ ਫਕਰ ਨਾਲ ਛਾਤੀ ਤੇ ਹੱਥ ਮਾਰ ਕੇ ਆਖਾਂਗਾ ਆ ਜਿੰਨਾ ਬਿਜ਼ਨਸ ਵੇਖਦੇ ਹੋ ਉਸੇ ਦੀ ਬਦੌਲਤ ਖੜਾ ਹੈ। ਉਹਨੂੰ ਪਰਵਾਹ ਹੀ ਕੋਈ। ਡਰ ਤੇ ਤਾਂ ਹੋਵੇ ਨਾ ਜੇ ਗਵਾਇਆ ਹੋਵੇ, ਗਵਾਇਆ ਨਹੀਂ, ਲਾਹਾਂ ਵਿੱਚ ਲਾਇਆ, ਲੇਖੇ ਵਿੱਚ ਲਾਇਆ। ਸਾਹਿਬ ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚੋਂ 3 ਜਮ ਕਾਲ ਨਾ ਵਿਆਪਈ। ਜਿਨ ਸੱਚ ਅੰਮ੍ਰਿਤ ਪੀਵੇ, ਜਿਨ੍ਹਾਂ ਨੇ ਸੱਚ ਦਾ ਆਸਰਾ ਲੈ ਲਿਆ, ਰੱਬ ਜੀ ਦੇ ਨਾਮ ਰੂਪੀ ਅੰਮ੍ਰਿਤ ਦਾ ਸਹਾਰਾ ਲੈ ਲਿਆ, ਉਸ ਅੰਮ੍ਰਿਤ ਨੂੰ ਲੈ ਲਿਆ, ਉਹਨਾਂ ਨੂੰ ਡਰ ਮੁੱਕ ਜਾਂਦਾ ਹੈ। ਕਿਉਂਕਿ ਪਤਾ ਅਸੀਂ ਇੱਕ ਇੱਕ ਸਵਾਸ ਦਾ ਲਾਹਾ ਖੱਟ ਲਿਆ, ਲਾਭ ਖੱਟ ਲਿਆ। ਬਾਪੂ ਅੱਜ ਪੁੱਛ ਲਏ ਉਹ ਤੈਨੂੰ ਇੰਨੇ ਸਵਾਸ ਦਿੱਤੇ ਸਨ, ਕਿੱਥੇ ਨੇ? ਤੇ ਉਹ ਫਕਰ ਨਾਲ ਆਖੇਗਾ ਬਾਪੂ ਆ ਜਿੰਨਾ ਖੜੋਤਾ ਆ ਨਾ ਤੇਰੇ ਸਾਹਮਣੇ, ਇੰਨੇ ਖੜੋਣ ਦੀ ਹੈਸੀਅਤ ਉਸੇ ਸਵਾਸਾਂ ਕਰਕੇ ਬਣੀ। ਤੇ ਜੇ ਸਵਾਸ ਵਿਅਰਥ ਗਵਾਏ ਹੁੰਦੇ ਫਿਰ ਬਾਪੂ ਸਾਹਮਣੇ ਖੜੋਣ ਦੀ ਹੈਸੀਅਤ ਬਣਦੀ? ਫਿਰ ਤੇ ਲੁਕਦੇ ਫਿਰਨਾ ਸੀ, ਫਿਰ ਤੇ ਭੱਜਦੇ ਫਿਰਨਾ ਸੀ ਵੀ ਕਿਤੇ ਬਾਪੂ ਦੇ ਸਾਹਮਣੇ ਨਾ ਆਉਣਾ ਪੈ ਜਾਏ ਜਾਂ ਬਾਪੂ ਨਾ ਸਾਹਮਣੇ ਆ ਜਾਏ, ਫਿਰ ਤੇ ਦੌੜਦੇ ਫਿਰਨਾ ਸੀ। ਪਰ ਹੁਣ ਸਾਹਮਣੇ ਖੜਾ ਆ ਤੇ ਫਕਰ ਨਾਲ ਆਖਾਂਗੇ ਸਤਿਗੁਰੂ ਜੀਓ, ਅਕਾਲ ਪੁਰਖ ਪਰਮੇਸ਼ਵਰ ਜੀਓ, ਅੱਜ ਆਪ ਜੀ ਦੇ ਸਾਹਮਣੇ ਖੜੋਣ ਦੀ ਹੈਸੀਅਤ ਉਹਨਾਂ ਸਵਾਸਾਂ ਨੂੰ ਵਰਤ ਕੇ ਹੀ ਬਿਣੀ ਹੈ। ਹੋਏ ਆਪ ਛੁੱਟੇ ਪਰਿਵਾਰ ਸਿਓ, ਤਿਨ ਪਿਛੈ ਸਭ ਜਗਤ ਛੁਟੀਵੇ। ਫਿਰ ਜਿਹੜੇ ਇਸ ਤਰੀਕੇ ਦੇ ਨਾਲ ਆਪਣੀ ਮਨੁੱਖਾ ਜਾਤੀ ਦੇ ਵਿੱਚ ਆਪਣੇ ਸਵਾਸਾਂ ਦੇ ਨਾਲ ਵਪਾਰ ਕਰਦੇ ਨੇ, ਉਹ ਆਪ ਛੁੱਟੇ ਪਰਿਵਾਰ ਸਿਓ, ਉਹ ਆਪਣੇ ਪਰਿਵਾਰ ਸਹਿਤ ਛੁੱਟ ਜਾਂਦੇ। ਪਰਿਵਾਰ ਸਹਿਤ ਤੋਂ ਭਾਵ ਆ ਗਿਆਨ ਇੰਦਰੀ ਕਰਮ ਇੰਦਰੀਆਂ ਰੂਪੀ ਪਰਿਵਾਰ। ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ। ਜੇ ਕੋਈ ਉਹਨਾਂ ਦੇ ਪਿੱਛੇ ਚੱਲ ਪਏ, ਉਹਨਾਂ ਦੇ ਪਿੱਛੇ ਚੱਲਣ ਤੋਂ ਭਾਵ ਉਹਨਾਂ ਦੇ ਦਰਸਾਏ ਮਾਰਗ ਤੇ, ਉਹਨਾਂ ਦੇ ਪਾਏ ਪੂਰਨਿਆਂ ਤੇ ਜੇ ਕੋਈ ਚੱਲ ਪਏ, ਸਭ ਜਗਤ ਛੁਟੀਵੇ। ਫਿਰ ਜਿਹੜਾ ਵੀ ਜਗਤ ਵਿੱਚੋਂ ਚੱਲੇਗਾ ਉਹੀ ਛੁੱਟ ਜਾਏਗਾ, ਜਿਹੜਾ ਵੀ ਜਗਤ ਵਿੱਚੋਂ ਉਹਨਾਂ ਦੇ ਮਗਰ ਤੁਰੇਗਾ ਉਹੀ ਉਧਰ ਜਾਏਗਾ, ਉਹੀ ਤਰ ਜਾਏਗਾ। ਪਰ ਜਿਹੜਾ ਨਾ ਤੁਰੇ ਫਿਰ ਉਹ ਸਿਰਦਰਦੀ ਉਸੇ ਦੀ ਹੈ। ਜਿਹੜਾ ਤੁਰ ਪਿਆ ਉਹ ਆਪ ਵੀ ਤਰ ਗਿਆ, ਆਪਣੇ ਪਰਿਵਾਰ ਨੂੰ ਵੀ ਤਰ ਗਿਆ। ਮਤਲਬ ਆਪਣੀ ਅੱਖਾਂ ਨੂੰ ਵੀ ਸਫਲ ਕਰਤਾ, ਕੰਨ ਵੀ ਸਫਲੇ ਹੋ ਗਏ, ਨੱਕ ਵੀ ਸਫਲਾ ਹੋ ਗਿਆ, ਜ਼ੁਬਾਨ ਵੀ ਸਫਲੀ, ਹੱਥ ਪੈਰ ਸਰੀਰ ਦਾ ਮਤਲਬ ਸਰੀਰ ਰੂਪੀ ਪਰਿਵਾਰ ਸਾਰਾ ਹੀ ਛੁੱਟ ਗਿਆ। ਤੇ ਜਿਹੜਾ ਹੁਣ ਉਸ ਭਲੇ ਪੁਰਸ਼ ਦੇ ਪਾਏ ਪੂਰਨਿਆਂ ਤੇ ਤੁਰ ਪਿਆ, ਸਭ ਜਗਤ ਛੁਟੀਵੇ। ਫਿਰ ਸਾਰੇ ਦਾ ਸਾਰਾ ਜਗਤ, ਜੇ ਜਗਤ ਵੀ ਤੁਰ ਪਏ ਨਾ ਤੇ ਜਗਤ ਵੀ ਪਾਰ ਲੰਘ ਜਾਏਗਾ, ਤੇ ਜੇ ਜਗਤ ਵਿੱਚੋਂ ਇੱਕ ਸ਼ਖਸ ਤੁਰ ਪਏ ਉਹ ਇੱਕੋ ਪਾਰ ਲੰਘੇਗਾ। ਬਸ ਇਹ ਹੈ ਵੀ ਜਿਹੜਾ ਉਹਨਾਂ ਦੇ ਪਾਏ ਪੂਰਨਿਆਂ ਤੇ ਤੁਰ ਪੈਂਦਾ ਉਹ ਬਚ ਜਾਂਦਾ ਹੈ, ਉਹ ਵੀ ਆਪਣੀ ਮਨੁੱਖਾ ਜਾਤੀ ਨੂੰ ਸਫਲ ਕਰਕੇ ਜਾਂਦਾ ਹੈ, ਆਪਣੇ ਜੀਵਨ ਨੂੰ ਸਫਲ ਕਰਕੇ ਜਾਂਦਾ ਹੈ। ਇਸੇ ਕਰਕੇ ਆਪਾਂ ਗੁਰੂ ਅੱਗੇ ਨਿਤਾ ਪ੍ਰਤੀ ਅਰਜ਼ੋਈ ਤੇ ਅਰਦਾਸ ਕਰਦੇ ਰਿਹਾ ਕਰੀਏ ਕਿ ਸਾਹਿਬ ਜੀਓ ਰਹਿਮਤ ਕਰੋ, ਸਾਨੂੰ ਵੀ ਕਿਤੇ ਆਪ ਜੀ ਦੇ ਦਰਸਾਏ ਮਾਰਗਾਂ ਉੱਤੇ ਚੱਲਣ ਦੀ ਜਾਚ ਆ ਜਾਏ। ਤੁਹਾਡੇ ਪਾਏ ਪੂਰਨਿਆਂ ਤੇ ਚੱਲਦਿਆਂ ਹੋਇਆਂ, ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ, ਸਤਿਗੁਰੂ ਜੀਓ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਜਾਈਏ, ਆਪਣੀ ਮਨੁੱਖਾ ਜਾਤੀ ਸਫਲ ਕਰਕੇ ਜਾਈਏ। ਗੁਰੂ ਅੱਗੇ ਅਰਦਾਸ ਅਰਜ਼ੋਈ ਕਰਦੇ ਰਿਹਾ ਕਰੀਏ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ।
ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਤਿਨ ਜਮ ਕਾਲ ਨਾ ਵਿਆਪਈ, ਜਿਨ ਸੱਚ ਅੰਮ੍ਰਿਤ ਪੀਵੇ। ਹੋਏ ਆਪ ਛੁਟੇ ਪਰਵਾਰ ਸਿਓ, ਤਿਨ ਪਿਛੈ ਸਭ ਜਗਤ ਛੁਟੀਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।